चलो थर्मिस्टर्स के अंदर आप गल करते पे सीगे कि थर्मिस्टर्स की हुंदियां ने कहना जी दीज आर दोज हीट सेंसिटिव डिवाइसेस whose resistance vary very rapidly with change in temperature वो कहता पुत्र सिंपल ਜਿਹੜੀਆਂ ਰੈਜ਼ਿਸਟਰ ਨੇ ਤੇ ਜਿਹੜੀ ਥਰਮਿਸਟਰ ਨੇ ਦੋਨਾਂ 'ਚ ਡਿਫਰੈਂਸ ਕਿੱਥੇ ਹੈ ਰੈਜ਼ਿਸਟੈਂਸ ਦੇ ਅੰਦਰ ਵੀ ਅਸੀਂ ਕਹਿੰਨੇ ਕਿ ਵੀ ਟੈਂਪਰੇਚਰ ਦੀ ਵੇਰੀਏਸ਼ਨ ਆਂਦੀ ਹੈ ठीक है वो कहना जी टैंपरेचर वेरी करता रेजिस्टेंस चेंज होंदी है ਇਹਦੇ ਅੰਦਰ ਅਸੀਂ ਦੱਸ ਰਹੇ ਹਾਂ ਕਿ ਵੀ ਕਹਿੰਦਾ ਜੀ ਜਿਹੜੀਆਂ ਥਰਮਿਸਟਰਸ ਨੇ ਇਹਦੀ ਮੈਨੂਫੈਕਚਰਿੰਗ ਇਸ ਵੇ ਨਾਲ ਕੀਤੀ ਜਾਏਗੀ ਕਿ ਦੇ ਵਿਲ ਸ਼ੋ ਦਾ ਲਾਰਜ ਚੇਂਜ ਇਨ ਰੈਜ਼ਿਸਟੈਂਸ ठीक है विद अ वेरी स्मॉल फ्लक्चुएशन इन टेंपरेचर मतलब जे मैं टेंपरेचर दी थोड़ी जी भी वेरिएशन करा ते ਇਹਦੇ अंदर रेजिस्टेंस दी रैपिड चेंज आवे गुरकीरत तेरे वाला ग्राफ नाल ही ਇਹਦੇ ਗੱਲ ਜੋੜਾਂਗਾ ठीक है ਅਸੀਂ ਜੇ ਐਸਐਚ ਜੇ ਅਸੀਂ ਆਰਡੀਨਰੀ बेटा ਐਸਐਚ ਉਹ ਲੈ ਕੇ ਚੱਲੀਏ ਕੋਈ ਮੈਟਲ ਤੇ ਕਹਿੰਦਾ ਜੀ ਆਰਡੀਨਰੀ ਮੈਟਲ ਦੇ ਅੰਦਰ ਜੇ ਮੈਂ ਕਹਾਂ ਉਹਦੀ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਉਹ ਕਹਿੰਦਾ ਬੱਚੇ ਟੈਂਪਰੇਚਰ ਦੇ ਨਾਲ ਜਦੋਂ ਚੇਂਜ ਹੁੰਦੀ ਹੈ ਨਾ ਠੀਕ ਹੈ ਰੈਜ਼ਿਸਟੈਂਸ ਜਾਂ ਰੈਜ਼ਿਸਟਿਵਿਟੀ ਜਦੋਂ ਟੈਂਪਰੇਚਰ ਨਾਲ ਚੇਂਜ ਹੁੰਦੀ ਇਹਦੀ ਵੇਰੀਏਸ਼ਨ ਕੁਝ ਇਸ ਵੇ ਨਾਲ मतलब ये हो गया कि शुरू के अंदर टेंपरेचर के चेंज होना रेजिस्टेंस के अंदर वेरिएशन स्मॉल आ उस तो बाद जाके एक टेंपरेचर रेंज तो बाहर जाके ठीक है ਇਹਦੀ वेरिएशन रैपिड हो जाती है मतलब टेंपरेचर ਦੀ वेरिएशन ਜਿਹੜੀ ਆ ठीक है ਉਹਦੇ ਨਾਲੋਂ रेजिस्टिविटी ਦੀ वेरिएशन ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ मतलब ਬਿਹੇਵੀਅਰ ਜਿਹੜਾ ਹੋਏਗਾ ਉਹ ਨॉन ਲੀਨੀਅਰ ਕਿੰਨੀ ਗੱਲ ਸਮਝ ਲੱਗਦੀ ਪਈ हाँ जी सर यस सर जबकि जेडे थर्मिस्टर्स ने पुत्र थर्मिस्टर के अंदर ਅਸੀਂ ਕਹਿ ਰਹੇ ਕਿ ਇਹਨਾਂ ਨੂੰ ਅਸੀਂ ਮੈਟਲ ਆਕਸਾਈਡ ਤੋਂ ਜਾਂ ਸੈਮੀਕੰਡਕਟਰ ਤੋਂ ਬਣਾਉਣੇ ਪਏ ਉਹਦੇ ਅੰਦਰ ਅਸੀਂ ਕੀ ਕਰਦੇ ਹਾਂ ਕਿ ਵੀ ਜਿਹੜਾ ਐਲਫਾ ਹੋਏਗਾ that is taken to be very much large ਨਾਰਮਲੀ ਜਿਹੜੇ ਮੈਟੈਲਿਕ ਕੰਡਕਟਰ ਨੇ ਉਹਦੇ ਵਿੱਚ ਐਲਫਾ ਦੀ ਵੈਲਿਊ ਸਮਾਲ ਆ ਐਲਫਾ ਸਮਾਲ ਦਾ ਮਤਲਬ ਹੈ ਟੈਂਪਰੇਚਰ ਦੀ ਵੇਰੀਏਸ਼ਨ ਕਰਕੇ ਰੈਜ਼ਿਸਟੈਂਸ ਦੀ ਵੇਰੀਏਸ਼ਨ ਸਮਾਲ ਆ ठीक है पर जे टेंपरेचर ज्यादा वेरी करा फिर रेजिस्टेंस दी वेरिएशन ज्यादा पर जेड़ियां थर्मिस्टर्स ने ओदे अंदर एसएच की होएगा स्मॉल फ्लक्चुएशन इन टेंपरेचर small fluctuation in temperature will produce the large change in resistance ਉਹਦੀ ਐਡਵਾਂਟੇਜ ਅਸੀਂ ਕਿੱਥੇ ਚੁੱਕਦੇ ਆ ਕਹਿੰਦਾ ਜੀ ਇਹਦਾ ਮਤਲਬ ਉਹਦੀ ਐਡਵਾਂਟੇਜ ਅਸੀਂ ਲੈ ਕੇ ਚੱਲਦੇ ਆ ਕਿ ਜਿੱਥੇ ਵੀ ਮੈਨੂੰ ਐਸਐਚ ਕੋਈ ਇਦਾਂ ਦੀਆਂ ਇੰਡਸਟਰੀਜ਼ ਨੇ जिते स्मॉल टेंपरेचर की फ्लक्चुएशन भी जी नोटिसेबल होनी चाहिए मैं एक एग्जांपल दे रहा कि मान लो तुहाडे कोल कोई एसएच कोई फर्नेस आ या कोई एसएच किसी बॉडी में मैं हीट करता पे जिहदा मेल्टिंग पॉइंट जिहड़ा मैनूं पता कि भी मान लो 135 डिग्री सेल्सियस आ ठीक है ते 135 तो मेल्ट करके 136 ते और नाल ही वोलाटाइल नेचर दा होवे ओ वैपोरेट हुंदा होवे ਇਹਦਾ मतलब है कि भी जिद्दां ही 135 डिग्री सेल्सियस का टेंपरेचर आवे है ना इमीडिएट डिवाइस जेड़ा वा है ना वो बीप करना शुरू कर देवे अलार्म देना शुरू कर देवे हुण इस चीज वास्ते ਅਸੀਂ ਕੀ ਕਹਿੰਦੇ ਕਿ ਵੀ ਅਸੀਂ ਉੱਤੇ ਥਰਮਿਸਟਰ ਅਟੈਚ ਕਰ ਦਾਂਗੇ ਥਰਮਿਸਟਰ ਦੀ ਉੱਤੇ ਐਡਵਾਂਟੇਜ ਇਹ ਹੋਏਗੀ ਜਿੱਦਾਂ ਹੀ ਸਮਾਲ ਟੈਂਪਰੇਚਰ ਦੀ ਫਲਕਚੁਏਸ਼ਨ ਹੋਣੀ ਹੈ 135 ਤੇ ਜਾ ਕੇ ਹੈ ਨਾ ਡਿਵਾਈਸ ਇਮੀਡੀਏਟ ਰਿਸਪੌਂਡ ਕਰੇਗਾ ਜੇ ਮੈਂ ਆਰਡੀਨਰੀ ਰੈਜ਼ਿਸਟਰ ਲਾਈ ਹੈ ਉੱਤੇ ਤੇ ਉਹਦੇ ਟੈਂਪਰੇਚਰ ਦੀ ਵੇਰੀਏਸ਼ਨ ਦੇ ਨਾਲ ਉਹਦੀ ਰੈਜ਼ਿਸਟੈਂਸ ਦੀ ਵੇਰੀਏਸ਼ਨ ਲੀਨੀਅਰ ਆ मतलब बहुत ज्यादा रैपिड चेंज नहीं आना पर जे मैनू थोड़ी जी भी टेंपरेचर की फ्लक्चुएशन चाहिए है कि भी थोड़ी जी भी टेंपरेचर की फ्लक्चुएशन होवे नाल ही ओहदा पता लगे उत्थे असी एसएच कहना जी जिहड़ियां थर्मिस्टर्स ने वो यूज कर सकते इन्नी गल समझ लगी यस सर यस सर यस सर इदां उन्हें एक एग्जांपल ओहदा यूज होर दिता वा कहना जिहड़ी साडी टीवी दी पिक्चर ट्यूब हुंदी है ठीक है ਜਿਹੜੀ ਸਾਡੀ ਟੀਵੀ ਦੇ ਪਿਕਚਰ ਟਿਊਬ ਹੁੰਦੀ ਆ ਉਹਦੇ ਫਿਲਾਮੈਂਟ ਦੇ ਨਾਲ ਅਸੀਂ ਐਸਐਚ ਥਰਮਿਸਟਰ ਅਟੈਚ ਕਰਦੇ ਕਿ ਵੀ ਜੇਕਰ ਐਸਐਚ ਪਿਕਚਰ ਟਿਊਬ ਦੇ ਅਕ੍ਰੋਸ ਥੋੜਾ ਜਿਹਾ ਵੀ ਕਰੰਟ ਜਿਹੜਾ ਵਾ ਉਹ ਨਾਰਮਲ ਰੇਂਜ ਤੋਂ ਜ਼ਿਆਦਾ ਹੋਇਆ ਉਹਨੇ ਤੇ ਹੀਟਿੰਗ ਪ੍ਰੋਡਿਊਸ ਕਰ ਦੇਣੀ ਤੇ ਉਹ ਪਿਕਚਰ ਟਿਊਬ ਨੂੰ ਡੈਮੇਜ ਕਰ ਸਕਦਾ ਉਹਦੀ ਪ੍ਰੀਵੈਂਸ਼ਨ ਵਾਸਤੇ ਜੇ ਮੈਂ ਉੱਥੇ ਥਰਮਿਸਟਰ ਨਾਲ ਅਟੈਚ ਕਰਦਾ ਤੇ ਜਿੱਦਾਂ ਹੀ ਸਮਾਲ ਕਰੰਟ ਦੀ ਵੇਰੀਏਸ਼ਨ ਕਰਕੇ ਸਮਾਲ ਟੈਂਪਰੇਚਰ ਦੀ ਚੇਂਜ ਆਣੀ ਹੈ इमीडिएट ਤੁਹਾਡਾ ਡਿਵਾਈਸ ਜਿਹੜਾ ਵਾ ਉਹ ਥਰਮਿਸਟਰ ਦੇ ਥਰੂ ਰਿਸਪੌਂਡ ਕਰੇਗਾ ਠੀਕ ਹੈ ਤੇ ਤੁਹਾਨੂੰ ਇਮੀਡੀਏਟ ਉਹਨੇ ਜਿਹੜਾ ਵਾ ਸਰਕਟ ਦੇ ਵਿੱਚ ਕਰੰਟ ਨੂੰ ਕੱਟ ਆਫ ਕਰ ਦੇਵੇ
ਸੋ ਉਸ ਥਾਂ ਤੇ ਜਿਹੜਾ ਮੈਂ ਫਿਲਾਮੈਂਟ ਆਫ ਪਿਕਚਰ ਟਿਊਬ ਨੂੰ ਜੇ ਪ੍ਰੋਟੈਕਟ ਕਰਨਾ ਤੇ ਉਹਦੇ ਨਾਲ ਅਸੀਂ ਜਿਹੜਾ ਵਾ ਐਸਐਚ ਥਰਮਿਸਟਰ ਅਟੈਚ ਕਰ ਸਕਦੇ। ਸੋ ਉਹਨੇ ਇਹ ਡਿਫਾਈਨ ਕੀਤਾ ਕਿ ਜਿਹੜੀ ਇਲੈਕਟ੍ਰੋਨਿਕ ਇੰਡਸਟਰੀ ਦੇ ਅੰਦਰ ਕਿਸੇ ਤਰ੍ਹਾਂ ਦੀ ਟੈਂਪਰੇਚਰ ਵੇਰੀਏਸ਼ਨਸ ਨੇ ਹਨਾ, ਉਹਨਾਂ ਨੂੰ ਜੇ ਐਸੇ ਤੁਸੀਂ ਕੰਟਰੋਲ ਕਰਨਾ ਤੇ देयर ਵੀ ਕੈਨ ਯੂਜ਼ ਦਾ ਥਰਮਿਸਟਰਸ। ਫਿਰ ਜਿਹੜੀ ਥਰਮਿਸਟਰਸ ਨੇ ਇਹਨਾਂ ਦਾ ਐਲਫਾ ਜਿਹੜਾ ਹੋਏਗਾ ਹਨਾ, ਉਹ ਪੋਜ਼ਿਟਿਵ ਔਰ ਨੈਗੇਟਿਵ ਦੋਨੋਂ ਵੇ ਦਾ, ਯਾਨੀ ਟੈਂਪਰੇਚਰ ਕੋਐਫੀਸ਼ੀਐਂਟ ਦੀ ਵੈਲਿਊ ਪੋਜ਼ਿਟਿਵ ਵੇਰੀਏਸ਼ਨ ਵੀ ਤੇ ਟੈਂਪਰੇਚਰ ਕੋਐਫੀਸ਼ੀਐਂਟ ਦੀ ਵੈਲਿਊ ਨੈਗੇਟਿਵ ਵੇਰੀਏਸ਼ਨ ਦੋਨੋਂ ਸ਼ੋ ਆਫ ਕਰਦੀ। ਆਰਡੀਨਰੀ ਰੈਜ਼ਿਸਟਰ ਠੀਕ ਹੈ ਇੱਕੋ ਟਾਈਪ ਦੀ ਵੇਰੀਏਸ਼ਨ ਦਿੰਦੀ, ਜੇ ਮੈਟੈਲਿਕ ਕੰਡਕਟਰ ਆ ਤੇ ਉਹਦੇ ਵਿੱਚ ਐਲਫਾ ਪੋਜ਼ਿਟਿਵ ਹੁੰਦਾ, ਜੇ ਸੈਮੀ ਕੰਡਕਟਰ ਜਾਂ ਇਨਸੂਲੇਟਰ ਆ ਉਹਦਾ ਐਲਫਾ ਨੈਗੇਟਿਵ। ਪਰ ਥਰਮਿਸਟਰਸ ਦੀ ਫਾਰਮੇਸ਼ਨ ਜਿਹੜੀ ਆ ਉਹ ਐਲਫਾ ਪੋਜ਼ਿਟਿਵ ਨੈਗੇਟਿਵ ਦੋਨਾਂ ਵੈਲਿਊ ਵਾਸਤੇ ਬਣਾਈ ਜਾਂਦੀ। ਕਿ ਇੰਨੀ ਗੱਲ ਕਲੀਅਰ ਆ? Yes, sir. Yes, sir. ਗੱਲ ਕਰਾਂ ਬੇਟਾ ਤੇ ਜਿਹੜਾ ਵੇਰੀਏਸ਼ਨ ਆਫ ਰੈਜ਼ਿਸਟਿਵਿਟੀ ਵਿਦ ਟੈਂਪਰੇਚਰ ਆ, ਪਹਿਲਾ ਗ੍ਰਾਫ ਇਹ ਆ ਜਾਏਗਾ। ਦੂਜਾ ਗ੍ਰਾਫ ਅਸੀਂ ਐਸਐਚ ਐਲੋਏ ਵਾਸਤੇ ਸ਼ੋ ਆਫ ਕੀਤਾ। ਅਸੀਂ ਵਰਡ ਯੂਜ਼ ਕੀਤਾ ਸੀ ਕਿ ਵੀ ਐਲੋਏ ਦੀ ਰੈਜ਼ਿਸਟਿਵਿਟੀ ਜਿਹੜਾ ਐਲੋਏ ਦਾ ਐਲਫਾ ਵਾ that should be very much large, ਠੀਕ ਹੈ। ਤੇ ਉਹ ਚ ਅਸੀਂ ਇੱਕ ਵਰਡ ਲਿਖਿਆ ਸੀ ਕਿ ਵੀ ਅਸੀਂ ਐਸਐਚ ਟੈਂਪਰੇਚਰ ਦੀ ਵੇਰੀਏਸ਼ਨ ਦਾ ਕੋਈ ਵੀ ਇਫੈਕਟ ਜਿਹੜਾ ਵਾ ਉਹ ਰੈਜ਼ਿਸਟਿਵਿਟੀ ਤੇ ਨਹੀਂ ਕੰਸੀਡਰ ਕਰਦੇ। ਉਹਦੇ ਵਿੱਚ ਮੈਂ ਐਗਜ਼ਾਮਪਲ ਦਿੱਤੀ ਸੀਗੀ ਕਿ ਅਸੀਂ ਕਿਹਾ ਸੀਗਾ ਕਿ ਜਿਹੜੀ ਮੈਂਗਾਨੀਜ਼ ਨਾ ਕਨਸਟੈਂਟਾਈਨ ਮਟੀਰੀਅਲ ਨੇ ਐਲੋਏ ਨੇ ਹਨਾ, ਇਹਨੂੰ ਅਸੀਂ ਯੂਜ਼ ਕਰਦੇ ਆ ਸਟੈਂਡਰਡ ਰੈਜ਼ਿਸਟੈਂਸ ਕੋਇਲ ਬਣਾਉਣ ਵਾਸਤੇ। ਤੇ ਬੱਚੇ ਉਹਦੇ ਅੰਦਰ ਅਸੀਂ ਐਸਐਚ ਪ੍ਰੋਪਰਟੀ ਲਿਖੀ ਸੀਗੀ ਕਿ ਰੈਜ਼ਿਸਟੈਂਸ ਦਾ ਫਾਰਮੂਲਾ ρL/A। ਜੇ ਮੈਂ ਗਿਵਨ ਵੈਲਿਊ ਦੀ ਰੈਜ਼ਿਸਟੈਂਸ ਬਣਾਉਣਾ ਪਿਆ ਯਾਨੀ R ਫਿਕਸ ਕਰਦਾ ਪਿਆ ਤੇ ਵਾਇਰ ਦੀ ਥਿਕਨੈਸ ਫਿਕਸ ਕਰਦਾ ਪਿਆ ਤੇ ਇਹਦਾ ਮਤਲਬ ਆ ρ/L ਦੀ ਪ੍ਰੋਡਕਟ ਕਾਂਸਟੈਂਟ। ਤੇ ਅਸੀਂ ਵਰਡ ਯੂਜ਼ ਕੀਤੇ ਸੀਗੇ ਅਸੀਂ ਉਸ ਮਟੀਰੀਅਲ ਨੂੰ ਪ੍ਰੈਫਰ ਕਰਾਂਗੇ ਜਿਹਦੀ ਰੈਜ਼ਿਸਟਿਵਿਟੀ ਹਾਈ ਹੋਵੇ, ਠੀਕ ਹੈ, ਜਿਹਦੀ ਰੈਜ਼ਿਸਟਿਵਿਟੀ ਹਾਈ ਹੋਵੇ। ਤੇ ਇਹਦੇ ਲਈ ਅਸੀਂ ਕਿਹਾ ਸੀਗਾ ਕਿ ਅਸੀਂ ਐਲੋਏ ਪ੍ਰੈਫਰ ਕਰਦੇ। ਐਲੋਏ ਦੀ ਐਡਵਾਂਟੇਜ ਇਹ ਲਿੱਤੀ ਸੀਗੀ ਕਿ ਵੀ ਜਿਹੜੇ ਐਲੋਏ ਨੇ ਮੈਂਗਾਨੀਜ਼ ਕਨਸਟੈਂਟਾਈਨ ਯੂਰੇਕਾ ਇਸ ਟਾਈਪ ਦੇ ਜਿਹੜੇ ਐਲੋਏ ਨੇ ਹਨਾ, ਇਹਨਾਂ ਦੇ ਅੰਦਰ ਟੈਂਪਰੇਚਰ ਦੀ ਵੇਰੀਏਸ਼ਨ ਆ ਰੈਜ਼ਿਸਟਿਵਿਟੀ ਚ ਚੇਂਜ ਨਹੀਂ ਆਉਂਦੀ। ਦੂਜਾ ਇਹਨਾਂ ਦੀ ਰੈਜ਼ਿਸਟਿਵਿਟੀ ਦੀ ਵੈਲਿਊ ਹਾਈ ਹੁੰਦੀ ਮੈਟਲ ਦੇ ਨਾਲ, ਠੀਕ ਹੈ। ਇਹਦੇ ਕਰਕੇ ਜੇ ਐਲੋਏ ਦਾ ਆਪਾਂ ਐਸਐਚ ਟੈਂਪਰੇਚਰ ਨਾਲ ਰੈਜ਼ਿਸਟਿਵਿਟੀ ਦਾ ਗ੍ਰਾਫ ਸ਼ੋ ਕਰੀਏ ਤੁਸੀਂ ਕਹਿੰਦੇ ਜੀ ਉਹ ਆਲਮੋਸਟ ਇੰਡੀਪੈਂਡੈਂਟ ਆਫ ਟੈਂਪਰੇਚਰ ਹੁੰਦਾ। ਇੰਨੀ ਗੱਲ ਕਲੀਅਰ ਆ? Yes, sir. Yes, sir. ਤੀਜਾ ਇੱਕ ਅਸੀਂ ਕਿਹਾ ਸੀਗਾ ਐਲੋਏ ਦੇ ਨੇ ਦੋ ਗ੍ਰਾਫ ਦਿੱਤੇ ਆ। ਤੀਜਾ ਲਾਸਟ ਅਸੀਂ ਇਹ ਕਿਹਾ ਸੀਗਾ ਕਿ ਜੇ ਸੈਮੀ ਕੰਡਕਟਰ ਮਟੀਰੀਅਲ ਆ ਬੇਟਾ ਤੇ ਪੁੱਤ ਸੈਮੀ ਕੰਡਕਟਰ ਦੀ ਪ੍ਰਾਪਰਟੀ ਚ ਵਰਡ ਇਹ ਸੀਗੇ ਕਿ ਟੈਂਪਰੇਚਰ ਦੇ ਇਨਕਰੀਜ਼ ਕਰਨ ਨਾਲ ਉਹਦੀ ਰੈਜ਼ਿਸਟਿਵਿਟੀ ਡਿਕਰੀਜ਼ ਕਰਦੀ ਆ। ਟੈਂਪਰੇਚਰ ਦੇ ਇਨਕਰੀਜ਼ ਕਰਨ ਨਾਲ ਜਿਹੜੀ ਰੈਜ਼ਿਸਟਿਵਿਟੀ ਆ ਉਹ ਡਿਕਰੀਜ਼ ਕਰਦੀ ਆ ਔਰ ਉਹਦਾ ਡਿਕਰੀਜ਼ ਅਸੀਂ ਦੱਸਦੇ ਕਿ ਐਕਸਪੋਨੈਂਸ਼ੀਅਲ ਨੇਚਰ ਦਾ ਹੁੰਦਾ। ਮੈਂ ਇੱਕ ਵਰਡ ਐਡ ਕੀਤਾ ਵਾ ਅਸੀਂ ਜਦੋਂ ਡਿਫਰੈਂਟ ਟਾਈਪ ਦੇ ਗ੍ਰਾਫ ਪਲਾਟ ਕਰਦੇ ਆ ਤੇ ਇੱਕ ਗ੍ਰਾਫ ਦੀ ਨੇਚਰ ਇਹ ਆਂਦੀ ਕਿ ਵੀ ਇਹ ਐਕਸਪੋਨੈਂਸ਼ੀਅਲ ਗ੍ਰਾਫ ਆ। ਕਿ ਐਕਸਪੋਨੈਂਸ਼ੀਅਲ ਵਰਡ ਦਾ ਪਤਾ ਬੱਚੇ? ਐਕਸਪੋਨੈਂਸ਼ੀਅਲ ਵੇਰੀਏਸ਼ਨ ਕਿਹਨੂੰ ਕਹਿੰਦੇ ਕਿ ਪਤਾ ਕਿ ਨਹੀਂ? No, sir. No, sir. ਰੇਡੀਓਐਕਟਿਵਿਟੀ ਆਂਦੀ ਪੜੀ ਕੈਮਿਸਟਰੀ ਦੇ ਵਿੱਚ ਰੇਡੀਓ ਐਕਟੀਵਿਟੀ ਆਂਦੀ, ਕਿ ਉਹ ਚੀਜ਼ ਪੜੀ ਆ ਕਿ ਨਹੀਂ ਪੜੀ? Yes, sir. ਇੱਕੋ ਨੇ ਯੈਸ ਸਰ ਕੀਤੀ, ਬਾਕੀਆਂ ਨੇ ਕਿਹਾ ਪੜੀ ਨਹੀਂ ਕਿ ਪਤਾ ਨਹੀਂ। ਚਲੋ ਮੈਂ ਇੱਕ ਵਾਰੀ ਗੱਲ ਕਰਦਾ ਆਪਾਂ ਇਸ ਕਹ ਲਓ ਸਿਲੇਬਸ ਦੇ ਵਿੱਚ ਵੀ ਕਰਾਂਗੇ। ਉਹ ਤੇ ਜਦੋਂ ਅਸੀਂ ਕਹਿੰਦੇ ਕਿ ਵੀ ਕੋਈ ਮੇਰੇ ਕੋਲ ਰੇਡੀਓ ਐਕਟਿਵ ਮਟੀਰੀਅਲ ਆ, ਠੀਕ ਹੈ, ਕੋਈ ਰੇਡੀਓ ਐਕਟਿਵ ਮਟੀਰੀਅਲ ਆ, ਅਸੀਂ ਕਹਿੰਦੇ ਜੀ ਜਦੋਂ ਇਸ ਰੇਡੀਓ ਐਕਟਿਵ ਮਟੀਰੀਅਲ ਚੋਂ ਰੇਡੀਏਸ਼ਨਸ ਅਮਿਟ ਹੁੰਦੀਆਂ, ਠੀਕ ਹੈ, ਜਦੋਂ ਇਸ ਰੇਡੀਓ ਐਕਟਿਵ ਮਟੀਰੀਅਲ ਚੋਂ ਰੇਡੀਏਸ਼ਨਸ ਅਮਿਟ ਹੋ ਰਹੀਆਂ ਮਤਲਬ ਇਹਦੇ ਅੰਦਰ ਵਾਲੇ ਜਿਹੜੇ ਐਟਮਸ ਨੇ ਉਹ ਡਿਕੇ ਕਰਦੇ ਆ, ਉਹਨਾਂ ਚੋਂ ਐਲਫਾ ਬੀਟਾ ਗਾਮਾ ਰੇਡੀਏਸ਼ਨਸ ਨਿਕਲਦੀਆਂ। ਕਿ ਇਸ ਵਰਡ ਦਾ ਪਤਾ? Yes, sir. Yes, sir. ਮਟੀਰੀਅਲ ਦੇ ਵਿੱਚੋਂ ਐਟਮ ਟੁੱਟੀ ਜਾਂਦੇ ਆ, ਉਹਨਾਂ ਚੋਂ ਐਲਫਾ ਬੀਟਾ ਗਾਮਾ ਰੇਡੀਏਸ਼ਨਸ ਨਿਕਲਦੀਆਂ ਨਾ, ਟਾਈਮ ਦੇ ਨਾਲ ਨੰਬਰ ਆਫ ਐਟਮ ਦਾ ਰਿਲੇਸ਼ਨ ਜਿਹੜਾ ਵਾ ਅਸੀਂ ਆ ਲਿਖਦੇ ਹਾਂ ਨੰਬਰ ਆਫ ਐਟਮ
ठीक है, वेरिंग इन द टाइम अकॉर्डिंग टू दिस रिलेशन। क्या आ रिलेशन पढ़िया कभी? नो नो सर। नहीं सर। चलो नो सर अभी मैं ਇਹਦੇ ਵਿੱਚੋਂ ਵਰਡ ਲਵਾਂਗਾ ਐਕਸਪੋਨੈਂਸ਼ੀਅਲ ਦਾ ਮਤਲਬ ਕੀ ਹੈ ਉਹਨੂੰ ਸਮਝ ਲਿਓ। ਠੀਕ ਹੈ, ਇਹ ਅਸੀਂ ਸ਼ੋ ਅਪ ਕਰਦੇ ਹਾਂ, ਇਹ ਆਪਾਂ ਐਸਐਚ ਫਿਜ਼ਿਕਸ ਨੂੰ ਪ੍ਰੂਵ ਵੀ ਕਰਾਂਗੇ ਅੱਗੇ ਜਾ ਕੇ ਜੇ ਐਟਮ ਵਾਲੇ ਯੂਨਿਟ ਚ। ਕਹਿੰਦਾ ਬੇਟਾ ਅਸੀਂ ਕਹਿੰਦੇ ਜਦੋਂ ਕੋਈ ਐਲੀਮੈਂਟ ਜੋ ਐਲਫਾ ਬੀਟਾ ਗਾਮਾ ਫਾਰਮ ਚ ਰੇਡੀਏਸ਼ਨਸ ਐਮਿਟ ਹੁੰਦੀਆਂ ਨਾ, ਤੇ ਅਸੀਂ ਕਹਿੰਦੇ ਜੀ ਉਹਦੀ ਨੰਬਰ ਆਫ ਐਟਮ ਜਿਹੜੇ ਡਿਕੇ ਕਰਦੇ ਜਾ ਰਹੇ ਆ, ਟੁੱਟਦੇ ਜਾ ਰਹੇ ਆ, ਹਨਾ, ਉਹ ਟਾਈਮ ਦੇ ਨਾਲ ਇਸ ਵੇ ਨਾਲ ਵੇਰੀ ਕਰਦੇ। ਤੁਹਾਡੇ ਕੋਲ n0 ਸੈਂਪਲ ਦੇ ਅੰਦਰ ओरिजिनल ਨੰਬਰ ਆਫ ਐਟਮ ਸੀਗੇ ਜਿਹੜੇ ਹਜੇ ਅਨਡਿਕੇਡ ਆ, ਟੁੱਟਨੇ। n ਤੁਹਾਡੇ ਨੰਬਰ ਆਫ ਐਟਮ ਅਨਡਿਕੇਡ ਰਹਿ ਗਏ ਆਫਟਰ ਦ t ਸੈਕਿੰਡ। ਠੀਕ ਹੈ, ਤੇ ਇਹਦੀ ਵੇਰੀਏਸ਼ਨ ਅਸੀਂ ਕਹਿੰਦੇ ਕਿ ਵੀ ਐਕਸਪੋਨੈਂਸ਼ੀਅਲ ਨੇਚਰ ਦੀ ਹੈ। ਐਕਸਪੋਨੈਂਸ਼ੀਅਲ ਨੇਚਰ ਦਾ ਮਤਲਬ ਇਹ ਹੋਏਗਾ ਜੇ ਮੈਂ ਇਹ ਟਾਈਮ ਦੀ ਵੈਲਿਊ 0 ਲਵਾਂ, ਜੇ ਮੈਂ ਟਾਈਮ ਦੀ ਵੈਲਿਊ 0 ਲਵਾਂ, ਠੀਕ ਹੈ, ਜਦੋਂ ਇਨੀਸ਼ੀਅਲ ਟਾਈਮ ਹੋਏਗਾ ਜਦੋਂ ਤੁਸੀਂ ਸੈਂਪਲ ਜੋ ਐਟਮ ਟੁੱਟਨੇ ਦੇਖਣ ਲੱਗੇ ਤੇ e ਰੇਜ਼ ਟੂ ਪਾਵਰ 0 ਆਜੂ ਤੇ ਸਮਥਿੰਗ ਪਾਵਰ 0 ਹਮੇਸ਼ਾ ਕਹਿੰਦਾ ਜੀ 1 ਹੁੰਦਾ। ਇਹਦਾ ਮਤਲਬ ਉਦੋਂ n ਦੀ ਵੈਲਿਊ ਮੇਰੇ ਕੋਲ n0 ਇਹ ਮਤਲਬ ਸ਼ੁਰੂ ਚ ਮੇਰੇ ਸੈਂਪਲ ਦੇ ਅੰਦਰ ਐਟਮ ਜਿਹੜੇ ਆ ਉਹ n0 ਦੇ ਬਰਾਬਰ। ਠੀਕ ਹੈ, ਜਦੋਂ ਟਾਈਮ ਦੀ ਵੈਲਿਊ ਮੇਰੀ ਇਨਫਾਈਨਾਈਟ ਹੋ ਜਾਏਗੀ, ਜਦੋਂ ਟਾਈਮ ਦੀ ਵੈਲਿਊ 0 ਤੋਂ ਚੱਲਦੇ ਚੱਲਦੇ ਇਨਫਾਈਨਾਈਟ ਹੋ ਜਾਏਗੀ ਤੇ e ਰੇਜ਼ ਟੂ ਪਾਵਰ ਮਾਈਨਸ ਇਨਫਿਨਿਟੀ 0 ਹੋ ਜਾਣਾ। ਇਹਦਾ ਮਤਲਬ ਆ ਜੇ ਆ ਟਰਮ ਮੇਰੀ 0 ਹੋਗੀ ਤਾਂ 0 ਇਨਟੂ ਸਮਥਿੰਗ 0 ਆ ਜਾਏ। ਇਹਦਾ ਮਤਲਬ 0 ਸੈਕਿੰਡ ਤੋਂ ਲੈ ਕੇ ਇਨਫਾਈਨਾਈਟ ਟਾਈਮ ਦੇ ਅੰਦਰ ਜਾ ਕੇ ਤੁਹਾਡੇ ਐਟਮ ਦੀ ਗਿਣਤੀ 0 ਹੋਈ। ਹੁਣ ਜੇ ਇਹਨੂੰ ਮੈਂ ਗ੍ਰਾਫਿਕਲੀ ਪਲਾਟ ਕਰਨਾ ਹੋਵੇ ਤੇ ਇਹਦਾ ਗ੍ਰਾਫ ਕੁਝ ਅਸੀਂ ਇਦਾਂ ਦਿਖਾਵਾਂਗੇ, ਇੱਕ ਪਾਸੇ ਟਾਈਮ ਆ, ਇੱਕ ਪਾਸੇ ਮੇਰੇ ਨੰਬਰ ਆਫ ਐਟਮ ਆ, ਤੇ ਅਸੀਂ ਸ਼ੋ ਕਰਦੇ ਜਦੋਂ ਟਾਈਮ 0 ਸੈਕਿੰਡ ਆ, ਨੰਬਰ ਆਫ ਐਟਮ ਮੇਰੇ ਕੋਲ n0 ਅਵੇਲੇਬਲ ਆ। ग्राफ के इतने पॉइंट ला लागा जेड़ा n0 ਨੂੰ ਸ਼ੋ ਕਰੇਗਾ। ठीक है, और ਜਦੋਂ ਟਾਈਮ ਦੀ ਵੈਲਿਊ ਇਨਫਾਈਨਾਈਟ ਹੋਏਗੀ, ਹੁਣ ਇਨਫਾਈਨਾਈਟ ਟਾਈਮ ਨੂੰ ਦਿਖਾਉਣ ਦਾ ਢੰਗ ਹੁੰਦਾ ਕਿ ਗ੍ਰਾਫ ਦੇ ਪੈਰਲਲ ਅਸੀਂ ਲਾਈਨ ਲੈ ਕੇ ਜਾਵਾਂਗੇ। ਕਹਿੰਦਾ ਜੀ ਇਹਦਾ ਮਤਲਬ ਜਿੱਦਾਂ ਜਿੱਦਾਂ ਟਾਈਮ ਵਧਦਾ ਜਾ ਰਿਹਾ ਅਨਡਿਕੇਡ ਐਟਮ ਦੀ ਗਿਣਤੀ ਘਟਦੀ ਜਾ ਰਹੀ ਹੈ। ਕਿੰਨੀ ਗੱਲ ਸਮਝ ਲੱਗ ਰਹੀ? यस सर। यस सर। ਜਿਹੜਾ ਵੇਰੀਏਸ਼ਨ ਆਦੀ ਨਾ ਬੇਟੇ, ਉਹ ਵੇਰੀਏਸ਼ਨ ਕੁਝ ਇਸ ਵੇ ਨਾਲ ਅਸੀਂ ਦਿਖਾਉਂਦੇ ਹਾਂ। ਹੁਣ ਇਸ ਵੇਰੀਏਸ਼ਨ ਨੂੰ ਮੈਂ ਨੋਟ ਕਰਾਂ ਤੇ ਮੇਰੇ ਕੋਲ ਆ ਚੀਜ਼ ਆ ਜਾਏਗੀ ਕਿ ਜਿਹੜਾ ਮੇਰੇ ਕੋਲ ਟਾਈਮ ਹੋਏਗਾ, ਹਨਾ, ਲਾਸਟ ਜਾ ਕੇ ਗ੍ਰਾਫ ਦੇ ਪੈਰਲਲ ਲਾਈਨ ਛੱਡ ਦਾਂਗਾ, ਮਤਲਬ ਇਹ ਦੋਨੋਂ ਲਾਈਨਾਂ ਇਨਫਿਨਿਟੀ ਤੇ ਜਾ ਕੇ ਮਿਲਣਗੀਆਂ। ਇਹ ਮਤਲਬ ਜਦੋਂ ਟਾਈਮ ਇਨਫਾਈਨਾਈਟ ਹੋਏਗਾ ਉੱਥੇ ਜਾ ਕੇ ਐਟਮ ਦੀ ਗਿਣਤੀ 0। ਤੇ ਇਸ ਟਾਈਪ ਦੀ ਜਿਹੜੀ ਵੇਰੀਏਸ਼ਨ ਆਂਦੀ ਆ ਇਹਨੂੰ ਅਸੀਂ ਲੈਣੇ ਕਿ ਵੀ ਇਹ ਮੇਰੇ ਕੋਲ ਵੇਰੀਏਸ਼ਨ ਜਿਹੜੀ ਹੈਗੀ ਆ, ਠੀਕ ਹੈ, ਦੈਟ ਇਜ਼ ਟੂ ਬੀ ਦਾ ਐਕਸਪੋਨੈਂਸ਼ੀਅਲ। एक्सपोनेंशियल वेरिएशन ਦੀ ਆਇਡੈਂਟੀਫਿਕੇਸ਼ਨ ਇਹ ਆ ਕਿ ਸ਼ੁਰੂ ਦੇ ਅੰਦਰ ਟੈਂਪਰੇਚਰ ਦੀ ਵੇਰੀਏਸ਼ਨ ਥੋੜੀ ਆ, ਪਰ ਐਟਮ ਦੀ ਜਿਹੜੀ ਡਿਕਰੀਜ਼ ਹੈਗੀ ਉਹ ਬਹੁਤ ਰੈਪਿਡ। ਇੱਕ ਟਾਈਮ ਤੋਂ ਬਾਅਦ ਜਾ ਕੇ ਤੁਸੀਂ ਇੱਕ ਟਰਮ ਪੜ੍ਹੀ ਆ ਹਾਫ ਲਾਈਫ ਟਾਈਮ। ਹਾਫ ਲਾਈਫ ਟਾਈਮ ਅਸੀਂ ਡਿਫਾਈਨ ਕਰਦੇ ਹਾਂ ਜਿੰਨੇ ਟਾਈਮ ਦੇ ਅੰਦਰ ਅਨਡਿਕੇਡ ਐਟਮ ਦੀ ਗਿਣਤੀ ओरिजिनल ਅਮਾਉਂਟ ਨਾਲੋਂ ਹਾਫ ਰਹਿ ਜਾਂਦੀ है ना, ਉਹਨੂੰ ਅਸੀਂ ਕਹਿੰਦੇ ਉਹ ਹਾਫ ਲਾਈਫ ਟਾਈਮ। ਅਸੀਂ ਕਹਿੰਦੇ ਕਿ ਵੀ ਐਸਾ ਚ ਇਹਦੇ ਇੱਕ ਟਾਈਮ ਤੋਂ ਬਾਅਦ ਜਾ ਕੇ, ਠੀਕ ਹੈ ਜੀ, ਆਹ ਗ੍ਰਾਫ ਦੀ ਵੇਰੀਏਸ਼ਨ ਇਹ ਦਿਖਾ ਰਹੀ ਕਿ ਟਾਈਮ ਦੀ ਚੇਂਜ ਲਾਰਜ ਆ, ਪਰ ਉਸ ਤੋਂ ਬਾਅਦ ਐਟਮ ਦੀ ਡਿਕੇ ਜਿਹੜਾ ਪ੍ਰੋਸੈਸ ਸਲੋ ਹੋ ਜਾਂਦਾ। ਮਤਲਬ ਸ਼ੁਰੂ ਦੇ ਵਿੱਚ ਇਹਦੇ ਵਿੱਚੋਂ ਐਟਮ ਜਲਦੀ ਜਲਦੀ ਟੁੱਟਦੇ ਜਾਣੇ ਆ, ਇੱਕ ਟਾਈਮ ਤੋਂ ਬਾਅਦ ਜਾ ਕੇ ਇਹਦੇ ਚੋਂ ਐਟਮ ਦਾ ਡਿਕੇ ਪ੍ਰੋਸੈਸ ਸਲੋ ਹੋ ਜਾਂਦਾ। ਇੰਨੀ ਗੱਲ ਸਮਝ ਲੱਗੀ? हाँ जी सर। यस सर। ਇਸੇ ਹੀ ਸੇਮ ਇਸੇ ਪੈਟਰਨ ਦੇ ਉੱਤੇ ਅਸੀਂ ਆਹ ਰਿਲੇਸ਼ਨ ਦੇ ਰਹੇ ਹਾਂ ਕਿ ਜਿਹੜੀ ਰੈਜ਼ਿਸਟਿਵਿਟੀ ਹੋਏਗੀ, ਠੀਕ ਹੈ, ਇਹ ਵੀ ਟੈਂਪਰੇਚਰ ਦੇ ਨਾਲ ਸੌਰੀ, ਜਿਹੜੀ ਰੈਜ਼ਿਸਟਿਵਿਟੀ ਹੋਏਗੀ ਇਹ ਵੀ ਟੈਂਪਰੇਚਰ ਦੇ ਨਾਲ ਐਕਸਪੋਨੈਂਸ਼ੀਅਲ ਡਿਕਰੀਜ਼ ਕਰਦੀ ਹੈ। मतलब जिदा जिदा टेंपरेचर की वेरिएशन आती जाएगी, टेंपरेचर दे चेंज होना, ठीक है, मेरे को रेजिस्टिविटी चेंज होनी है और वो चेंज एक्सपोनेंशियल नेचर दी। यानी सेमीकंडक्टर दे अंदर जेड़े मेरे को नंबर ऑफ एटम्स नंबर ऑफ फ्री इलेक्ट्रॉन्स ने वो टेंपरेचर ना चेंज होंदे। मैं फिर लाइन रिपीट कर रहा, एक चीज दिमाग च लइयो, ਅਸੀਂ ਜਦੋਂ ਪੁੱਤ ਟਰਮ ਪੜ੍ਹੀ ਸੀ ਰੈਜ਼ਿਸਟਿਵਿਟੀ ਦੀ,
ठीक है। हम थोड़ा जिहा इसे लिंक करियो, आपां आ पढ़िया सी resistivity vary inversely with n and tau, क्या आ चीज याद आ? Yes, sir. Yes, sir. कि resistivity semiconductor च n ਤੇ main dominance ਦਿੰਦੀ ਹੈ ਹਨਾ। semiconductor ਦੇ ਅੰਦਰ ਸੀਗਾ ਸੀ covalent bond ਜ਼ਿਆਦਾ ਟੁੱਟਦੇ ਆ, ਜਿਨ੍ਹਾਂ ਟੈਂਪਰੇਚਰ ਦੇ ਵਧਣ ਨਾਲ ਨੰਬਰ ਡੈਂਸਿਟੀ ਜ਼ਿਆਦਾ ਵੱਧਦੀ ਹੈ ਔਰ ਇਹਦੇ ਵਧਣ ਕਰਕੇ resistivity ਘਟਦੀ ਹੈ। ਹੁਣ ਜਿਹੜੀ ਨੰਬਰ ਡੈਂਸਿਟੀ ਦੀ ਟੈਂਪਰੇਚਰ ਨਾਲ ਚੇਂਜ ਹੈ ਨਾ, ਉਹ ਐਕਸਪੋਨੈਂਸ਼ੀਅਲ, ਜਿਹੜੀ ਨੰਬਰ ਡੈਂਸਿਟੀ ਦੀ ਟੈਂਪਰੇਚਰ ਨਾਲ ਚੇਂਜ ਆ ਉਹ ਐਕਸਪੋਨੈਂਸ਼ੀਅਲ ਆ, ਉਹਦੇ ਕਰਕੇ ਰੈਜ਼ਿਸਟਿਵਿਟੀ ਦੀ ਵੀ ਟੈਂਪਰੇਚਰ ਨਾਲ ਜਿਹੜੀ ਚੇਂਜ ਆ ਉਹ ਐਕਸਪੋਨੈਂਸ਼ੀਅਲ ਆ। ਇੰਨੀ ਗੱਲ ਸਮਝ ਲੱਗੀ? ਹਾਂਜੀ sir. Yes, sir. Yes, sir. ਜੇ 30 ਡਿਗਰੀ ਸੈਲਸੀਅਸ ਟੈਂਪਰੇਚਰ ਤੇ, ਜੇ 30 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਮੈਂ ਨੰਬਰ ਡੈਂਸਿਟੀ ਦੇਖਾਂ ਤੇ ਉਹਦੀ ਵੇਰੀਏਸ਼ਨ ਕੁਝ ਮੇਰੇ ਕੋਲ ਇਸ ਵੇ ਨਾ ਆਏਗੀ, ठीक है। ਉਹਦੀ ਵੇਰੀਏਸ਼ਨ ਕੁਝ ਇਸ ਤਰ੍ਹਾਂ ਆਏਗੀ ਕਿ ਜਿੱਦਾਂ ਜਿੱਦਾਂ ਟੈਂਪਰੇਚਰ ਮੇਰੇ ਕੋਲ ਇਨਕਰੀਜ਼ ਕਰਨਾ, ਠੀਕ ਹੈ, ਉਸ ਦੇ ਪ੍ਰਪੋਰਸ਼ਨਲ ਆ ਨੰਬਰ ਡੈਂਸਿਟੀ ਮੇਰੀ ਇਨਕਰੀਜ਼ ਕਰਨੀ। ਔਰ ਇਹਦੇ ਬਿਹਾਫ ਦੇ ਉੱਤੇ ਅਸੀਂ ਕਹਿੰਦੇ ਜੇ ਨੰਬਰ ਡੈਂਸਿਟੀ ਐਕਸਪੋਨੈਂਸ਼ੀਅਲ ਵੇਰੀ ਕਰਦੀ ਆ ਤੇ ਰੈਜ਼ਿਸਟਿਵਿਟੀ ਵੀ ਟੈਂਪਰੇਚਰ ਦੇ ਨਾਲ ਐਕਸਪੋਨੈਂਸ਼ੀਅਲ ਵੇਰੀ ਕਰਦੀ ਆ। ਤੇ ਆਹੀ ਸੇਮ ਗ੍ਰਾਫ ਜਿਹੜਾ ਵਾ ਇਹਨੂੰ ਤੁਸੀਂ ਟੈਂਪਰੇਚਰ ਦੇ ਨਾਲ ਇੱਥੇ ਰੈਜ਼ਿਸਟਿਵਿਟੀ ਦਾ ਦਿਖਾ ਸਕਦੇ ਹੋ। ਇਵਨ ਜਿੱਦਾਂ ਜਿੱਦਾਂ ਟੈਂਪਰੇਚਰ ਵਧਦਾ ਜਾਏਗਾ ਸੈਮੀਕੰਡਕਟਰ ਦੀ ਰੈਜ਼ਿਸਟਿਵਿਟੀ ਜਿਹੜੀ ਆ ਉਹ ਟੈਂਪਰੇਚਰ ਦੇ ਨਾਲ ਮੇਰੇ ਕੋ ਡਿਕਰੀਜ਼ ਕਰਦੀ ਜਾਏਗੀ। क्या आ क्लियर है? Sir. Yes, sir. हाँ जी Sir, वो कॉर्नर ਤੇ ਕੀ ਲਿਖਿਆ ਹੈ Eg over K naught T? एनर्जी गैप ਨੂੰ ਕਹਿੰਦੇ Ke ਜਿਹੜਾ ਸਿੰਬਲ ਪਾ ਰਿਹਾ ਵੋਲਟਸਮੈਨ ਕਾਂਸਟੈਂਟ ਆ, ਠੀਕ ਹੈ। T ਮੇਰਾ ਟੈਂਪਰੇਚਰ, એનર્ਜੀ ਗੈਪ ਕਿਹਨੂੰ ਕਹਿੰਦੇ ਮੈਂ ਦੱਸ ਦਿੰਦਾ ਮਾੜਾ ਜਿਹਾ, ਅਦਰਵਾਈਜ਼ ਆਪਾਂ ਇਹਨੂੰ 9th ਯੂਨਿਟ ਚ ਪੜਾਂਗੇ। ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਕਿਸੇ ਵੀ ਮਟੀਰੀਅਲ ਦੇ ਅੰਦਰ ਇਹ ਚੀਜ਼ ਅੱਗੇ ਵੀ ਦੱਸੀ ਸੀਗੀ, ਅਸੀਂ ਕਹਿੰਦੇ ਕਿਸੇ ਵੀ ਮਟੀਰੀਅਲ ਦੇ ਅੰਦਰ ਬੇਸ਼ੱਕ ਉਹ ਮੈਟਲ ਆ, ਬੇਸ਼ੱਕ ਉਹ ਸੈਮੀਕੰਡਕਟਰ ਆ, ਬੇਸ਼ੱਕ ਉਹ ਮੇਰੇ ਕੋਲ ਨਾਨ ਮੈਟਲ ਆ, ਮਤਲਬ ਕੰਡਕਟਰ ਆ, ਇਨਸੂਲੇਟਰ ਆ, ਜਾਂ ਮੇਰੇ ਕੋਲ ਕਹਿੰਦਾ ਜੀ ਐਸਐਚ ਸੈਮੀਕੰਡਕਟਰ, ਕਿਸੇ ਵੀ ਮਟੀਰੀਅਲ ਨੂੰ ਜਦੋਂ ਅਸੀਂ ਕੈਟੇਗਰਾਈਜ਼ ਕਰਦੇ ਹਾਂ ਅਸੀਂ ਕਹਿੰਦੇ ਹਰ ਐਟਮ ਦੇ ਅੰਦਰ ਦੋ ਤਰ੍ਹਾਂ ਦੇ એનર્ਜੀ ਦੇ ਗਰੁੱਪ ਹੁੰਦੇ ਹਨ ਨਾ। ਇੱਕ ਨੂੰ ਅਸੀਂ ਕਹਿੰਦੇ ਗਰੁੱਪ ਆਫ એનર્ਜੀ ਲੈਵਲ ਵਿਚ ਆਰ ਫਿਲਡ ਵਿਦ ਇਲੈਕਟ੍ਰੋਨ, ਜਿਹਨੂੰ ਅਸੀਂ ਕਹਿੰਦੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ, ठीक है। ਜਿਹੜੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ ਜਿਹੜਾ ਗਰੁੱਪ ਬਣਾਉਂਦੇ એનર્ਜੀ ਲੈਵਲ ਦਾ, ਠੀਕ ਹੈ, ਉਹਨੂੰ ਅਸੀਂ ਨਾਮ ਦੇ ਦਿੰਦੇ ਕਿ ਉਹ ਮੇਰਾ ਵੈਲੈਂਸ ਬੈਂਡ ਹੋਏਗਾ, ਠੀਕ ਹੈ। ਉਹ ਮੇਰਾ ਵੈਲੈਂਸ ਥੋੜੇ ਜਿਹੇ ਲੈ ਕੇ ਚੱਲਾਂਗਾ ਟਰਮ ਨੂੰ, ਬਹੁਤੀ ਡਿਟੇਲ ਚ ਨਹੀਂ ਖੋਲਾਂਗੇ ਅਜੇ। ਕਹਿੰਦਾ ਜੀ ਕੁਝ એનર્ਜੀ ਲੈਵਲ ਜਿਹੜੇ ਨੇ ਉਹ ਮਿਲ ਕੇ ਇੱਕ ਗਰੁੱਪ ਕ੍ਰੀਏਟ ਕਰਦੇ ਆ ਜਿਹਨੂੰ ਅਸੀਂ ਨਾਮ ਦਿੰਦੇ ਵੈਲੈਂਸ ਬੈਂਡ, ਔਰ ਕੁਝ એનર્ਜੀ ਲੈਵਲ ਮਿਲ ਕੇ ਇੱਕ ਗਰੁੱਪ ਕ੍ਰੀਏਟ ਕਰਦੇ ਜਿਹਨੂੰ ਕਹਿੰਦੇ ਕੰਡਕਸ਼ਨ ਬੈਂਡ। कंडक्शन बैंड ऑलमोस्ट एम्प्टी एनर्जी लेवल होंदे ने, यानी ऑलमोस्ट एम्प्टी हुंदा, कोई इलेक्ट्रॉन नहीं हुंदा या पार्शियल फिल्ड हुंदा। वैलेंस बैंड जेड़ा दे आर फिल्ड विद इलेक्ट्रॉन। हुण हुंदा ए आ ਅਸੀਂ ਕਿਸੇ ਮਟੀਰੀਅਲ ਨੂੰ ਜਦੋਂ ਇਹ ਕੈਟੇਗਰਾਈਜ਼ ਕਰਨਾ ਕਿ ਕੰਡਕਟਰ ਆ ਕਿ ਇਨਸੂਲੇਟਰ ਆ, ਅਸੀਂ ਕਹਿੰਦੇ ਜੀ ਇਹ ਚੈੱਕ ਕਰੋ ਹਾਊ ਮਚ એનર્ਜੀ ਗੈਪ ਵਿਲ ਬੀ देयर ਬਿਟਵੀਨ ਦਾ ਟੂ, ਕਹਿੰਦਾ ਜੀ ਬੈਂਡ। ਜੇ ਇਹ ਦੋ ਐਟਮਸ ਦੇ ਜੇ ਇਹ ਦੋ ਲੈਵਲ ਦੇ ਵਿੱਚ एनर्जी गैप ਜਿਹੜਾ ਵਾ ਇਹਦੀ ਵੈਲਿਊ ਮੋਰ ਦੈਨ 3 ਇਲੈਕਟ੍ਰੋਨ ਵੋਲਟ ਹੋਵੇ, ਯਾਨੀ ਜੇ ਆ એનર્ਜੀ ਗੈਪ ਦੀ ਵੈਲਿਊ, ਇਸ એનર્ਜੀ ਗੈਪ ਨੂੰ Eg ਲਿਖਦੇ ਆ, ਜੇ ਇਸ એનર્ਜੀ ਗੈਪ ਦੀ ਵੈਲਿਊ 3 ਇਲੈਕਟ੍ਰੋਨ ਵੋਲਟ ਤੋਂ ਜ਼ਿਆਦਾ ਹੋਵੇ, ਮਤਲਬ ਕਿਸੇ ਇਲੈਕਟ੍ਰੋਨ ਨੂੰ ਵੈਲੈਂਸ ਬੈਂਡ ਤੋਂ ਜੰਪ ਕਰਕੇ ਕੰਡਕਸ਼ਨ ਚ ਜਾਣ ਵਾਸਤੇ, ठीक है, मिनिमम 3 इलेक्ट्रॉन वोल्ट एनर्जी चाहिए होवे 0 केल्विन टेंपरेचर दे, तो ਅਸੀਂ ਕਹਿੰਦੇ ਜੀ ਉਹ ਮਟੀਰੀਅਲ ਮੇਰਾ ਇਨਸੂਲੇਟਰ, ਮਤਲਬ ਉਹਨੇ ਲੋ ਟੈਂਪਰੇਚਰ ਤੇ ਇੰਨੀ એનર્ਜੀ ਉਹਦੇ ਕੋਲ ਅਵੇਲੇਬਲ ਨਹੀਂ ਹੁੰਦੀ ਤੇ ਇਲੈਕਟ੍ਰੋਨ ਨੈਵਰ ਟੂ ਬੀ ਜੰਪ ਫਰਮ ਵੈਲੈਂਸ ਟੂ ਕੰਡਕਸ਼ਨ ਬੈਂਡ, ਅਸੀਂ ਕਹਿੰਦੇ ਉਹ ਮਟੀਰੀਅਲ ਇਨਸੂਲੇਟਰ। ਤੇ ਜੇ ਇਸ ਦੇ ਅੰਦਰ ਇਹ ਕੰਡਕਸ਼ਨ ਤੇ ਵੈਲੈਂਸ ਬੈਂਡ ਓਵਰਲੈਪ ਹੀ ਕਰ ਜਾ, ਗੈਪ ਖਤਮ ਹੀ ਹੋ ਜਾਵੇ, ਅਸੀਂ ਕਹਿੰਦੇ ਉਹ ਕੰਡਕਟਰ। ਤੇ ਜੇ ਇਸ ਬੈਂਡ ਗੈਪ ਦੀ ਵੈਲਿਊ, ਠੀਕ ਹੈ ਜੀ, 1 ਇਲੈਕਟ੍ਰੋਨ ਵੋਲਟ ਦੇ ਆਸ-ਪਾਸ ਆਵੇ, ਜਿੱਦਾਂ ਸਿਲੀਕਨ ਦੇ ਅੰਦਰ ਇਹਦੀ ਵੈਲਿਊ 1.1 ਇਲੈਕਟ੍ਰੋਨ ਵੋਲਟ ਹੁੰਦੀ, ਜਰਮੇਨੀਅਮ 'ਚ ਇਹਦੀ ਵੈਲਿਊ 0.7 ਇਲੈਕਟ੍ਰੋਨ ਵੋਲਟ ਹੁੰਦੀ, ਠੀਕ ਹੈ। ਤੇ ਦੈਨ ਵੀ ਸੈਡ ਕਿ ਦਿਸ ਮਚ ਅਮਾਉਂਟ ਆਫ એનર્ਜੀ ਈਜ਼ੀਲੀ ਅਵੇਲੇਬਲ ਵਿਦ ਦਾ ਇਲੈਕਟ੍ਰੋਨ so that it can jump from valence to conduction band,
ठीक है। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਮੇਰੇ ਕੋਲ ਕੰਡਕਟਰ ਨੇ ਉਹ ਚ ਇਹ ਦੋਨੋਂ ਦੇ ਦੋਨੋਂ ਬੈਂਡ ਓਵਰਲੈਪ ਹੀ ਕਰ ਜਾਂਦੇ, ਗੈਪ ਖਤਮ ਹੋ ਜਾਂਦਾ। ਸੈਮੀ ਕੰਡਕਟਰ ਦੇ ਅੰਦਰ ਗੈਪ ਇੰਟਰਮੀਡੀਏਟ ਹੁੰਦਾ, ਛੋਟਾ ਹੁੰਦਾ, ਤੇ ਜਿਹੜੇ ਇਨਸੂਲੇਟਰ ਨੇ ਉਹ ਚ ਲਾਰਜ ਗੈਪ ਹੁੰਦਾ। ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. Yes, sir. ਇਹ ਤੁਹਾਡੇ ਗ੍ਰਾਫ ਸੀਗੇ, ਠੀਕ ਹੈ। ਆਪਾਂ ਕੱਲ ਵਾਲੇ ਹੁਣ ਟੌਪਿਕ ਤੇ ਅੱਗੇ ਕੰਟੀਨਿਊ ਕਰੀਏ। ਹਾਂਜੀ, ਕੱਲ ਜਿਹੜਾ ਕਰਦੇ ਪਏ ਸੀਗੇ ਟੌਪਿਕ ਸੀਗਾ ਆਪਣੇ ਕੋਲ ਕਲਰ ਕੋਡਿੰਗ, ਠੀਕ ਹੈ। ਜਿਸ ਅਸੀਂ ਕਿਹਾ ਸੀ ਕਿ ਰੈਜ਼ਿਸਟੈਂਸ ਦੀ ਵੈਲਿਊ ਨੂੰ ਅਸੀਂ ਜਦੋਂ ਕਾਊਂਟ ਕਰਦੇ ਤੇ ਕਿਹੜੇ ਬਿਨਾ ਕਰਦੇ ਬੇਟਾ, ਠੀਕ ਹੈ। ਕੱਲ ਉਹਦੀ ਇੰਨੀ ਗੱਲ ਕੀਤੀ ਸੀਗੀ, ਸਾਡੇ ਕੋਲ ਜਿਹੜੀ ਕਲਰ ਕੋਡਿੰਗ ਸਕੀਮ ਆਉਂਦੀ ਆ, ਅਸੀਂ ਇਹਨੂੰ ਕਹਿੰਦੇ ਜੀ 4 ਬੈਂਡ ਰੈਜ਼ਿਸਟਰ ਆ, ਜਿਸ ਚ ਮੇਰੇ ਕੋਲ 3 ਇੱਥੇ ਕਲਰ ਸਟ੍ਰਿਪ ਤੇ ਦੂਜੇ ਐਂਡ ਤੇ ਇੱਕ ਕਲਰ ਸਟ੍ਰਿਪ ਆ ਜਾਂਦੀ, ਠੀਕ ਹੈ। ਹੁਣ ਇਹਦੇ ਵਿੱਚ ਕਲਰ ਸੀਕੁਐਂਸ ਕੀ ਹੈਗਾ ਵਾ, ਇਹਦਾ ਕਲਰ ਸੀਕੁਐਂਸ ਫਿਕਸ ਆ ਬੇਟਾ, ਠੀਕ ਹੈ ਜੀ। ਉਹਦੇ ਲਈ ਕੋਨੇ ਟੇਬਲ ਦਿੱਤਾ, ਕਹਿੰਦਾ ਜੀ ਐਸਾ ਤੁਹਾਡੇ ਕੋਲ ਜਿਹੜੇ ਕਲਰ ਨੇ, ਜਿਹੜੇ ਇੱਥੇ ਕਲਰਸ ਆਣੇ ਆ, ਠੀਕ ਹੈ, ਉਹਨਾਂ ਦੀ ਇੱਕ ਸਪੈਸੀਫਿਕ ਨੰਬਰਿੰਗ ਹੈਗੀ ਆ, ਜਿਨ੍ਹਾਂ ਆਪਾਂ ਕਲਰ ਵੈਲਿਊ ਜਿਹੜੀ ਉਹ ਡਿਸਾਈਡ ਕਰਨੇ। ਟੌਪਿਕ ਆਪਣਾ ਸੀਗਾ ਕਲਰ ਕੋਡ ਆਫ ਕਾਰਬਨ ਰੈਜ਼ਿਸਟਰ। मैं एक बार सारे कलर का फर्स्ट अल्फाबेट लैके ਉਹਨੂੰ ਲਿਖ ਰਿਹਾ, ਬਾਅਦ ਚ ਫਿਰ ਪ੍ਰੋਪਰ ਕਲਰ ਲਿਖ ਦਾਂਗਾ, ਠੀਕ ਹੈ। ਇਹਨੂੰ ਅਸੀਂ ਡਿਫਾਈਨ ਕਰਦੇ ਬੀਬੀ ਰॉय गुड बॉय, बीबी रॉय गुड बॉय वेरी गुड वाइफ, बीबी रॉय गुड बॉय वेरी गुड वाइफ। ये कलर सीक्वेंस ਨੂੰ ਯਾਦ ਰੱਖਣ ਲਈ ਕਿ ਤੁਹਾਡੇ ਕੋਲ ਨਿਮੋਨਿਕਸ ਬਣ ਜਾਏਗਾ। बीबी रॉय गुड बॉय वेरी गुड वाइफ वेयरिंग गोल्ड सिल्वर नेकलेस। ਹੁਣ ਇਹਦੇ ਵਿੱਚੋਂ ਚੱਲਾਂ ਤੇ ਜਿੰਨੇ ਕਲਰ ਲਿਖੇ, ਪਹਿਲਾ ਬਲੈਕ, ਦੂਜਾ ਬ੍ਰਾਊਨ, ਰੈਡ, ऑरेंज, येलो, ग्रीन, ब्लू, वायलेट, ग्रे, वाइट, ठीक है। एक नाम दे देने गोल्ड, सिल्वर, नो कलर, ते आही गोल्ड सिल्वर दोनों वर्ड एक बारी इथे भी लिख देंगे, ठीक है। यानी इथे भी यही दोनों जेडे गोल्ड ते सिल्वर है। ਹੁਣ ਜਿਹੜਾ ਇਹ ਸਾਰੇ ਦਾ ਸਾਰਾ ਕਲਰ ਸੀਕੁਐਂਸ ਲਿਖਦੇ ਪਏ ਹੋ ਨਾ, ਅਸੀਂ ਬੇਟਾ ਹਰ ਕਲਰ ਨੂੰ ਇੱਕ ਨੰਬਰ ਦੇ ਦਿੱਤਾ, ਠੀਕ ਹੈ। ਇਹਨਾਂ ਨੂੰ ਨੰਬਰਿੰਗ ਦਿੱਤੀ ਕਿ 0 1 2 3 4 5 6 7 8 9, ਆ ਦੋ ਛੱਡ ਲੈ ਮੈਂ ਅਜੇ, ਇਹਦੀ ਗੱਲ ਬਾਅਦ ਚ ਜੋੜਦਾ, ਠੀਕ ਹੈ। ਇਹਨਾਂ ਤਿੰਨਾਂ ਨੂੰ ਅਸੀਂ ਨੰਬਰ ਦਿੱਤਾ, ਜਿਹੜਾ ਇਹਨੂੰ ਅਸੀਂ ਲਿਖਦੇ 5%, ਇਹਨੂੰ ਕਹਿੰਦੇ 10%, ਇਹਨੂੰ ਅਸੀਂ ਕਹਿੰਦੇ ਜੀ 20%। यानी ਇਹਨਾਂ ਤਿੰਨ ਕਲਰ ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ ਪਰਸੈਂਟੇਜ ਚ ਗਿਵਨ ਹੋਏਗੀ। ਆ ਸਾਰੇ ਦੇ ਸਾਰੇ ਕਲਰ ਜਿਹੜੇ ਨੇ ਪਹਿਲੇ 10 ਲਿਖੇ ਜਿਹੜੇ ਨੇ 0 ਤੋਂ ਲੈ ਕੇ 9 ਤੱਕ, ਇਹਨੂੰ 1 ਤੋਂ 10 ਨਹੀਂ ਲਿਖਾਂਗੇ, ਇਹ 0 ਤੋਂ 9 ਹੀ ਰਹਿਣੇ, ਠੀਕ ਹੈ। ਇਹ 10 ਕਲਰਸ ਦਾ ਸੀਕੁਐਂਸ ਮੇਰੇ ਕੋਲ ਐਸਾ ਹੀ ਹੋਏਗਾ। ਲਾਸਟ ਜਿਹੜੇ ਦੋ ਲਿਖਦਾ ਪਿਆ, ਇਹਨੂੰ 10 ਪਾਵਰ -1 ਤੇ ਦੂਜੇ ਨੂੰ 10 ਪਾਵਰ -2, ठीक है। इस वे नंबर आ जाएगा। हुण कल गल आपां कीती सीगी कि कलर सीक्वेंस पढ़ना किहड़े वे ना, ठीक है, जिन्हां असीं दस पाईए रेजिस्टेंस कितने होंदी है। एग्जांपल कल आपां लिखी कि भी एक मान लो रेड कलर आ, एक ब्लू आ, एक ग्रीन आ, ठीक है। इधरों मान लो मेरे को सिल्वर कलर जेड़ा आ स्ट्रिप होएगी, जेडी आ लास्ट स्ट्रिप लिखदा, इहदे सिर्फ 3 ही कलर पॉसिबल, यानी आ जेडी चौथी स्ट्रिप जिन्हों कल आपां नाम दित्ता सी टॉलरेंस लिमिट, ਇਹਦੀ ਵੈਲਿਊ 골ਡ ਸਿਲਵਰ ਜਾਂ ਨੋ ਕਲਰ ਵਾਲੇ ਕੇਸ ਚ ਆਣੀ। ਨੋ ਕਲਰ ਵਾਲੇ ਵਰਡ ਦਾ ਮਤਲਬ ਇਹ ਹੋਏਗਾ ਇੱਥੇ ਚੌਥੀ ਸਟ੍ਰਿਪ ਨਹੀਂ ਹੋਏਗੀ, ਜੋ ਬਾਡੀ ਕਲਰ ਆ, ਜੇ ਚੌਥੀ ਸਟ੍ਰਿਪ ਨਹੀਂ, ਅਸੀਂ ਕਹਿੰਦੇ ਜੀ ਇਹਨੂੰ ਬਾਡੀ ਕਲਰ ਹੀ ਮੰਨ ਲਓ, ਤੇ ਉਸ ਮੂਮੈਂਟ ਅਸੀਂ ਇਹਨੂੰ ਵਰਡ ਦਿੰਨੇ ਕਿ ਵੀ ਇਹ ਨੋ ਕਲਰ ਸਟ੍ਰਿਪ ਆ। ਕੀ ਇੰਨੀ ਗੱਲ ਸਮਝ ਲੱਗ ਗਈ? Yes, sir. Yes, sir. Yes, sir. ਹੁਣ ਆ ਸਾਰੇ ਜਿਹੜੇ ਕਲਰਸ ਨੇ, ਇਹਦੇ ਅਕੋਰਡਿੰਗਲੀ ਅਸੀਂ ਇਹਦੀ ਰੈਜ਼ਿਸਟੈਂਸ ਕਿੱਦਾਂ ਡਿਫਾਈਨ ਕਰਨੀ। ਉਹਦੇ ਲਈ ਪੁੱਤ ਜਿਹੜੀਆਂ ਪਹਿਲੀਆਂ ਦੋ ਸਟ੍ਰਿਪ ਨੇ ਇਹ ਨੂਮੈਰੀਕਲ ਵੈਲਿਊ ਇੰਟਰੋਡਿਊਸ ਕਰੂ, ਜਿਹੜੀ ਤੀਜੀ ਸਟ੍ਰਿਪ ਹੋਏਗੀ ਉਹ ਪਾਵਰ ਆਫ 10 ਹੋਏਗੀ, ਠੀਕ ਹੈ। ਯਾਨੀ ਜੇ ਮੈਂ ਰੈਜ਼ਿਸਟੈਂਸ ਦੀ ਵੈਲਿਊ ਲਿਖਣੀ ਆ ਇਸ ਲਈ ਕਿੰਨੀ ਆ, ਤੇ ਰੈੱਡ ਕਲਰ ਦਾ ਮਤਲਬ ਆ 2,
यानी इतने मेरी रेजिस्टेंस की वैल्यू की फर्स्ट डिजिट 2 बनी। दूजा कलर मान लो आप क्या ब्लू, ब्लू का मतलब मेरे को जेड़ा ਇਹਦੀ वैल्यू 6 आ गई। तीजा कलर मान लो आप क्या ग्रे, ठीक है जी, ग्रे का मतलब मेरे को into 10 raised to power 8, मतलब तीजा कलर जेड़ा होएगा, तीजी स्ट्रिप जेड़ी आ वो पावर ऑफ 10 वा। पहलियां दो जेड़ियां ने वो मेरे को न्यूमेरिकल वैल्यू आ, तीजी मेरी पावर ऑफ 10 प्लस माइनस मतलब इन्नी वैल्यू दी रेजिस्टेंस आ और नालों नाल ये रेजिस्टेंस फ्लक्चुएट कर सकती है किन्नी, कहना जी वो इस कलर ने दसनी सिल्वर आ। सिल्वर का मतलब 10%। जिन्नी ये रेजिस्टेंस बनी, जिन्नी ये रेजिस्टेंस बनी इनो आपा लिखना होवे इना पढ़ लेने, ये जो दो जीरोवां एडजस्ट कर लो ते 10 रेज़ टू पावर 6 नु मेगा दा नाम दे दांगे। यानी मेरी ये रेजिस्टेंस बन गई 2600 मेगा ओम प्लस माइनस 10%, मतलब रेजिस्टेंस है 2600 मेगा ओम दी जिदी वैल्यू 10% प्लस माइनस हो सकती है। एक अपन जे हुन इन्नी गल करी, इन्नी गल पहले समझ लगी बेटा? यस सर। Yes, sir. ऐसा च मान लो किसी न्यूमेरिकल जो कहता कि भी ਤੁਹਾਡੇ ਕੋਲ ਇੱਕ ਆ ਕਲਰ ਕੋਡਡ ਰੈਜ਼ਿਸਟਰ ਲੱਗੀ ਆ, ਠੀਕ ਹੈ, ਜਿਹਦੇ ਵਿੱਚ ਅਸੀਂ ਵੋਲਟੇਜ ਦੀ ਸਪਲਾਈ ਜਿਹੜੀ ਆ, ਮੰਨ ਲਓ ਆਪਾਂ ਨੂੰ ਕੁਐਸਚਨ ਕਹਿੰਦਾ ਕਿ ਇਹਨੂੰ ਆਪਾਂ 130 ਵੋਲਟ ਤੇ ਕਨੈਕਟ ਕਰਤਾ, ਉਹ ਕਹਿੰਦਾ ਮੰਨ ਲਓ 130 ਵੋਲਟ ਤੇ ਕਨੈਕਟ ਕੀਤਾ, ਦੱਸੋ ਮੇਰੇ ਕੋਲ ਕਰੰਟ ਦੀ ਰੇਂਜ ਕੀ ਹੋਏਗੀ? ਹੁਣ ਕਰੰਟ ਦੀ ਰੇਂਜ ਇਸ ਲਈ ਆਏਗੀ ਕਿਉਂਕਿ I = V/R ਆ ਤੇ R ਮੇਰੀ ਫਿਕਸਡ ਵੈਲਿਊ ਨਹੀਂ ਹੈਗੀ, ਉਹਦੀ ਵੈਲਿਊ 10% ਪਲੱਸ ਔਰ ਮਾਈਨਸ ਹੋਏਗੀ। इसलिए तुसी की करोगे इस वैल्यू का 10% कट लो, 10% एक बार ये प्लस ते 10% एक बार ये माइनस कर लो। हुन एदा 10% कड्डा, ठीक है, ते 10% 260 बन जाना। एदा मतलब मेरी R1 की वैल्यू 2600 प्लस 260 आ गई, यानी अपनी रेजिस्टेंस जेडी होएगी वो ऐसा 2860 मेगा ओम आ गई। ये आ गई मेरे को अपर एंड ते लोअर एंड ते ਇਹਦੀ ਵੈਲਿਊ ਕੱਢਣੀ ਆ ਤੇ ਉਦੋਂ 2600 ਦੇ ਵਿੱਚੋਂ 260 ਮਾਈਨਸ ਕਰ ਲਓ, ਠੀਕ ਹੈ, ਆਪਣੀ ਰੈਜ਼ਿਸਟੈਂਸ ਦੀ ਵੈਲਿਊ ਆਪਣੇ ਕੋਲ ਜਿਹੜੀ ਆ 2340 ਆ ਗਈ। ਇਹਦਾ ਮਤਲਬ ਜਿਹੜੀ ਤੁਹਾਡੀ ਰੈਜ਼ਿਸਟੈਂਸ ਹੈਗੀ ਆ ਹਨਾ ਉਹਦੀ ਵੈਲਿਊ 2340 ਤੋਂ ਲੈ ਕੇ 2860 ਤੱਕ ਕਹਿੰਦਾ ਜੀ ਵੇਰੀ ਕਰਦੀ। क्या ये निकल क्लियर है? Yes, sir. Yes, sir. Yes, sir. ਇਹਦੇ ਅਕੋਰਡਿੰਗਲੀ ਜੇ ਇਹ R1 ਤੇ R2 ਆ ਗਿਆ ਤੇ ਕਰੰਟ ਦਾ ਫਾਰਮੂਲਾ ਹੁੰਦਾ V/R। ਇੱਕ ਵਾਰੀ ਕਰੰਟ I1 ਕੱਢਾਂਗੇ V/R1 ਨਾਲ, ਇੱਕ ਵਾਰੀ ਕਰੰਟ ਦੀ ਵੈਲਿਊ ਮੇਰੇ ਕੋਲ ਕਿੰਨਾ ਜੀ V/R2 ਨਾਲ ਕੱਢਾਂਗੇ, ਯਾਨੀ ਇੱਥੇ ਮੇਰੇ ਕੋਲ 130/2340 ਇਹ ਤੋਂ ਕੱਢ ਲਓ, ਇੱਕ ਮੇਰੇ ਕੋਲ 130/2860 ਆ ਤੁਹਾਡੇ ਕੋਲ ਕਰੰਟ ਦੀ ਰੇਂਜ ਆ ਜਾਏਗੀ ਕਿ ਤੁਹਾਡੀ ਗਿਵਨ ਰੈਜ਼ਿਸਟਰ ਦੇ ਕ੍ਰਾਸ ਜਿਹੜਾ ਕਰੰਟ ਆ ਉਹ ਕਿਸ ਰੇਂਜ ਚ ਵੇਰੀ ਕਰੇਗਾ। क्या इन्नी गल क्लियर है? यस सर। Yes. ਤੇ ਪੁੱਤ ਇਹਨੂੰ ਯਾਦ ਰੱਖਣ ਲਈ ਐਸਐਚ ਜਿਹੜਾ ਆਪਾਂ ਸੈਂਟੈਂਸ ਬਣਾਣੇ ਪਏ ਇਹਨੂੰ ਸੈਂਟੈਂਸ ਵਾਈਜ਼ ਯਾਦ ਰੱਖ ਲਿਓ, ਅਦਰਵਾਈਜ਼ ਕਲਰ ਸੀਕੁਐਂਸ ਉਦਾਂ ਨਹੀਂ ਯਾਦ ਰਹਿਣਾ, ਠੀਕ ਹੈ ਨਾ। ਸੈਂਟੈਂਸ ਯਾਦ ਰੱਖ ਲਿਓ ਬੀਬੀ ਰॉय, ਠੀਕ ਹੈ, ਗੁੱਡ ਬॉय, बुक च ग्रेट ब्रिटेन लिखा, गुड बॉय मैं ही नाम दे लिया, गुड बॉय, वेरी गुड वाइफ, वेरी गुड वाइफ ते W दो बारी बोलिया जाता, वेयरिंग गोल्ड सिल्वर, वेयरिंग गोल्ड सिल्वर, फिर दोबारा गोल्ड सिल्वर, वेयरिंग गोल्ड सिल्वर नेकलेस, ठीक है। इधर कोई सेंटेंस बना के इन्हें याद कर लो तो तुहानू कलर कोडिंग दे जिहड़ी रजिस्टर दे सीक्वेंस है वो याद हो जाएगा। क्या इना क्लियर है? Yes, sir. Yes, Yes, sir. sir. Yes, sir. Yes, sir. कोई डाउट है तो बोल दो एक बारी। हाँ जी क्लियर है? Yes. यस Yes, sir. ਇਹਦੇ ਪਾਵਰ ਵਾਲੇ ਪੁਆਇੰਟ ਦੇ ਵਿੱਚ ਆ ਮੈਨੂੰ बोलो बोलो। ਜਿਹੜਾ ਮਤਲਬ ਇਹਦਾ ਸੈਕੰਡ ਵਾਲਾ ਪਾਵਰ ਵਾਲਾ ਪੁਆਇੰਟ ਹੈ ਨਾ ਟਾਈਮ ਜੇ ਤੋਂ ਪਾਵਰ ਕਰਕੇ ਉਹ ਵਾਲਾ ਪੁਆਇੰਟ ਸੀ। कुछ भी नहीं, पहलियां दो ने न्यूमेरिकल वैल्यू देती, तीजी जेडी स्ट्रिप होएगी हमेशा पावर ऑफ 10 बनती। अब पहलियां दो अपनी कलर स्ट्रिप जेडियां रेड ते ब्लू दे हिसाब नाल ओदी वैल्यू 26 बनी, ठीक है। तीजी स्ट्रिप कहंदी कि भी ग्रे स्ट्रिप आ, आप जे ग्रे मनी ते ग्रे दी वैल्यू 8 आ, ये मैं 268 नहीं लिख देना,
TG ਨੂੰ ਪਾਵਰ ਆਫ 10 ਬਣਾ ਕੇ ਲਿਖਣਾ, ਯਾਨੀ ਇਨਟੂ 10 ਰੇਜ਼ ਟੂ ਪਾਵਰ ਉਹ ਨੰਬਰ ਜਿਹੜੀ TG ਸਟ੍ਰਿਪ ਮੇਰੇ ਕੋਲ ਹੋਏਗੀ। ਇਹਨਾਂ ਕਲੀਅਰ ਪਹਿਲਾਂ? ਓਕੇ ਸਰ, ਹਾਂਜੀ और ये वैल्यू आहा आई है, आप ਇਹਨੂੰ मैनिपुलेट करके शॉर्ट ਚ लिखना, इसलिए दी पावर एडजस्ट करके अपन किलो ओम मेगा ओम कुछ इस वे ना भाਵੇਂ कन्वर्ट कर सकते हो जो। ਹਾਂਜੀ ਸਰ। ਤਾਂ ਜਿਹੜਾ ਆਪਣੇ ਕੋਲ ਲਾਸਟ ਵਾਲੇ ਦੋ ਕਲਰਸ ਆਉਂਦੇ ਆ 골ਡ ਤੇ ਸਿਲਵਰ, हाँ 10 बिल्कुल, ਰੇਜ਼ ਟੂ -1 तो -2। ਇੱਥੇ ਤੀਜੀ ਸਟ੍ਰਿਪ ਆਪਾਂ ਮੰਨੀਏ 골ਡ ਕਲਰ ਹੁੰਦੀ ਹੈ ਨਾ, ਜੇ 골ਡ ਕਲਰ ਹੁੰਦੀ ਤੇ ਇਨਟੂ 10 ਰੇਜ਼ ਟੂ ਪਾਵਰ -1 ਆ, जे सिल्वर होएगी आ भी स्ट्रिप फिर 10 रेज़ टू पावर -2 फिर यानी 0.00 करके वैल्यू बन जाएगी। सौरभ क्लियर है? ਹਾਂਜੀ ਸਰ, करा कंटिन्यू जी। यस सर। चलो नेक्स्ट टॉपिक अपना जेड़ा सौखा जिहा 10th वाला टॉपिक रिपीट होने लग गया, रेजिस्टेंस इन कॉम्बिनेशन। ठीक है, सीरीज से पैरेलल कॉम्बिनेशन ऑफ रेजिस्टर वो टॉपिक है। कॉम्बिनेशन ऑफ रेजिस्टेंसेस, कैपेसिटर का भी कॉम्बिनेशन पिछे आप पढ़िया, हुन नेक्स्ट जेड़ा हैगा रेजिस्टेंसेस का कॉम्बिनेशन है। सीरीज कॉम्बिनेशन थोड़ा जल्दी जल्दी खत्म कर दूंगा, ठीक है जी, क्योंकि ऐसा चेक पड़ी हुई चीज है थोड़ी। सीरीज कॉम्बिनेशन के अंदर आ जाएगा कि जे मान लो मैं कोई नंबर ऑफ रेजिस्टर ਜਿਹੜੀਆਂ ਨੇ ਉਹ ਸੀਰੀਜ਼ ਦੇ ਵਿੱਚ ਅਟੈਚ ਕਰਦੇ ਹਾਂ, ਠੀਕ ਹੈ, ਤੇ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਨੂੰ ਐਡ ਕਰਨ ਦਾ ਆਪਣੇ ਕੋਲ ਫਾਰਮੂਲਾ ਕਿਹੜਾ ਹੈ? ਸਿਰਫ ਇੱਕੋ ਚੀਜ਼ ਸਮਝ ਲਿਓ ਜਿਹੜੀ ਸਮਝਣ ਵਾਲੀ ਹੈ। वर्ड ए हो गया बेटा कि ਜਦੋਂ ਤੁਸੀਂ ਐਸਐਚਐਸ ਡਿਵਾਈਸ ਨੂੰ ਸਵਿਚ ਔਨ ਕੀਤਾ ਤੇ ਇਹਦੇ ਅਕ੍ਰੋਸ I ਐਂਪੀਅਰ ਕਰੰਟ ਪਾਸ ਕਰਦੇ ਪਏ, ਅਸੀਂ ਕਹਿੰਦੇ ਜੀ ਕਰੰਟ ਨੂੰ ਫਲੋ ਕਰਕੇ ਸਾਰੀਆਂ ਰੈਜ਼ਿਸਟੈਂਸ ਚੋਂ ਨਿਕਲਣ ਵਾਸਤੇ ਸਿਰਫ ਸਿੰਗਲ ਪਾਥ ਆ, ਇਸ ਲਈ ਹਰ ਰੈਜ਼ਿਸਟਰ ਦੇ ਵਿੱਚ ਦੀ ਜਦੋਂ ਕਰੰਟ ਪਾਸ ਹੋਣਾ ਹੈ ਨਾ, ਤੇ ਉਹਨੇ ਕਹਿੰਦਾ ਜੀ ਕਰੰਟ ਨੂੰ ਸੇਮ ਨੂੰ ਫਲੋ ਦੇਣਾ ਹਰ ਰੈਜ਼ਿਸਟਰ ਨੇ। ਉਸ ਪ੍ਰੋਸੈਸ ਦੇ ਅੰਦਰ ਜਿਹੜੀਆਂ ਆ ਮੇਰੇ ਐਲੀਮੈਂਟ ਲੱਗੇ ਹੋਏ ਆ, ਜਿਹੜੀਆਂ ਰੈਜ਼ਿਸਟਰ ਨੇ, ਇਹ ਕੋਈ ਐਲੀਮੈਂਟ ਆ ਜਿੱਦਾਂ है ना, इन्होंने आने वाले करंट ਨੂੰ ਅਪੋਜ਼ ਕਰਨਾ, ਯਾਨੀ ਜਦੋਂ ਕਰੰਟ ਤੋਂ A ਤੋਂ B ਤੱਕ ਜਾਣ ਲੱਗਦਾ ਇਹ ਰੈਜ਼ਿਸਟਰ ਉਸ ਕਰੰਟ ਨੂੰ opposition ਆਫਰ ਕਰਦੀ ਹੈ, ਠੀਕ ਹੈ, ਤੇ ਇਟ ਮੀਨਸ ਸਮ ਵਰਕ ਹੈਜ਼ ਟੂ ਬੀ ਡਨ ਬਾਈ ਦ ਐਕਸਟਰਨਲ ਸੋਰਸ ਟੂ ਗਿਵ ਦ ਫਲੋ ਆਫ ਕਰੰਟ ਅਕ੍ਰੋਸ R1 ਅਕ੍ਰੋਸ R2 ਅਕ੍ਰੋਸ R3, ਤੇ ਜਿਹੜਾ ਬੈਟਰੀ ਇਹਨਾਂ ਸਾਰੀਆਂ ਰੈਜ਼ਿਸਟਰ ਚੋਂ ਕਰੰਟ ਨੂੰ ਕੱਢਣ ਵਾਸਤੇ ਵਰਕ ਕਰੇਗੀ और उसी पोटेंशियल डिफरेंस के लिए, ਇਹਦਾ ਮਤਲਬ ਜਿਹੜਾ ਵਰਕ ਇੱਥੇ ਕੀਤਾ, ਠੀਕ ਹੈ ਜੀ, ਉਹ V1 ਆ ਗਿਆ, ਜਿਹੜਾ ਵਰਕ ਇਸ ਰੈਜ਼ਿਸਟਰ ਚੋਂ V2 ਆ ਗਿਆ, ਇੱਥੇ ਵਾਲਾ ਵਰਕ ਮੇਰਾ V3 ਆ ਗਿਆ। ਪਰ ਅਕੋਰਡਿੰਗ ਟੂ ਲਾਅ ਆਫ ਕਨਜ਼ਰਵੇਸ਼ਨ ਆਫ એનર્ਜੀ ਇਹਨਾਂ ਸਾਰੀਆਂ ਰੈਜ਼ਿਸਟਰ ਚ ਮਿਲਾ ਕੇ ਜਿੰਨਾ ਟੋਟਲ ਵਰਕ ਹੋਇਆ, ਇਟ ਨੈਵਰ ਟੂ ਬੀ ਮੋਰ ਦੈਨ ਦੈਟ ਆਫ ਦਾ ਅਪਲਾਈਡ એનર્ਜੀ ਵੋਲਟੇਜ, है ना। बैटरी ने जिन्नी अपनी केमिकल एनर्जी खर्ची होएगी, वरती होएगी, है ना, ਉਹੀ केमिकल एनर्जी ਇਹਨਾਂ ਦੇ ਅਕ੍ਰੋਸ ਜਿਹੜੀ ਆ, ठीक है, मेरे को ਕਿਸੇ ਨਾ ਕਿਸੇ ਇਲੈਕਟ੍ਰੀਕਲ ਜਾਂ ਹੀਟ એનર્ਜੀ ਦੀ ਫਾਰਮ ਚ ਆਏਗੀ। ਕਨੈਕਟਿੰਗ ਵਾਇਰ ਚ ਅਸੀਂ ਮੰਨ ਕੇ ਚੱਲਦੇ ਆ ਕੋਈ એનર્ਜੀ ਦਾ ਡ੍ਰੌਪ ਨਹੀਂ ਹੈਗਾ, ਮਤਲਬ ਇੱਥੇ ਕਨੈਕਟਿੰਗ ਵਾਇਰ ਚ ਕੋਈ ਪੋਟੈਂਸ਼ੀਅਲ ਜਾਂ ਵੋਲਟੇਜ ਡ੍ਰੌਪ ਨਹੀਂ ਕਰਦੀ, ਜਿੰਨੀ ਵੋਲਟੇਜ ਡ੍ਰੌਪ ਹੋਈ ਆ ਉਹ ਇਹਨਾਂ ਰੈਜ਼ਿਸਟਰ ਚ ਹੋਈ, यानी कनेक्टिंग वायर की रेजिस्टेंस ਅਸੀਂ 0 ਮੰਨਦੇ ਪਏ ਹਾਂ। क्या इतनी गल समझ लग रही? यस सर। यस सर। बेटे ਗੱਲਾਂ ਉਹੀ ਨੇ ਦੋ ਜਿਹੜੀਆਂ ਆਪਾਂ ਬੋਲਣੀਆਂ, ਠੀਕ ਹੈ, ਪਰ ਸਿਰਫ ਔਰ ਸਿਰਫ ਉਹਨੂੰ ਇੱਕ ਮੀਨਿੰਗ ਵਾਈਜ਼ ਕੀ ਆ ਉਹ ਜ਼ਰੂਰ ਕਲੀਅਰ ਹੋਣਾ ਚਾਹੀਦਾ, ਠੀਕ ਹੈ। ਸੋ ਇਕੁਏਸ਼ਨ ਵਾਈਜ਼ ਚੱਲੀਏ ਤੇ ਆਪਣੇ ਕੋਲ ਇੱਥੇ ਆ ਜਾਏਗਾ V = V1 + V2 + V3, ठीक है, बट V ਨੂੰ ਓਮਸ ਲਾਅ ਦੇ ਅਕੋਰਡਿੰਗਲੀ ਡਿਫਾਈਨ ਕਰੀਏ, ठीक है जी। आ साइड मेरी आ गई IR1 IR2 IR3, ਤੇ ਇਧਰਲੀ ਸਾਈਡ ਲਿਖਣ ਵਾਸਤੇ ਅਸੀਂ ਡਿਫਾਈਨ ਇਹ ਕਰਦੇ ਕਿ ਜੇ ਸਾਰੀਆਂ ਰੈਜ਼ਿਸਟਰ ਲਾ ਕੇ ਇੱਕ ਰੈਜ਼ਿਸਟਰ ਲਾਈ ਹੋਵੇ, ਠੀਕ ਹੈ, ਜੇ ਇਹਨਾਂ ਸਾਰੀਆਂ ਰੈਜ਼ਿਸਟਰ ਦੀ ਜਗ੍ਹਾ ਤੇ ਇਹਨਾਂ ਦੇ ਇਕੁਇਵਲੈਂਟ ਇੱਕ ਰੈਜ਼ਿਸਟਰ ਲਾਈ ਹੋਵੇ, ਉਹਨੂੰ ਵੀ 20 ਵੋਲਟ ਦੀ ਬੈਟਰੀ ਨਾਲ ਅਟੈਚ ਕੀਤਾ ਹੋਵੇ, ਇਹਦੇ ਵਿੱਚ ਵੀ I ਐਂਪੀਅਰ ਕਰੰਟ ਪਾਸ ਹੋਵੇ, ਤੇ ਜਿਹੜਾ ਵਰਕ ਇੱਥੇ ਹੋਇਆ ਉਹ ਆ ਗਿਆ V = IR,
ਉਹ ਕਹਿੰਦਾ ਜੀ ਜਿੰਨਾ ਵਰਕ ਇਸ ਕੱਲੀ ਰੈਜ਼ਿਸਟਰ ਦੇ ਅਕ੍ਰੋਸ ਹੋਇਆ ਹੈ ਨਾ ਉਹ ਓਨਾ ਹੀ ਹੋਏਗਾ ਜਿੰਨਾ ਇਹਨਾਂ ਤਿੰਨਾਂ ਚ ਮਿਲਾ ਕੇ ਹੋਇਆ। ਇਸ ਲਈ ਇਸ ਸਾਈਡ B ਨੂੰ ਅਸੀਂ ਲਿਖਣਾ ਹੈ ਕਿ B ਕਹਿੰਦਾ ਕਿ B ਇਕੁਅਲ ਟੂ I ਆ, यानी the total work across R resistor and total work across all the three resistor है ना ये आपस दे विच इक्वल है। क्या इन्नी गल क्लियर? Yes, sir. Yes, sir. रेजिस्टेंस का रिजल्ट ये निकलदा कि जदों रेजिस्टेंस सीरीज दे विच ਅਸੀਂ ਅਟੈਚ ਕਰਦੇ है ना तो those resistor are added कहंदा जी by the direct addition, यानी ओवरऑल जे सर्किट दी रेजिस्टेंस ਵਧਾਣੀ ਆ ਤੇ ਤੁਸੀਂ ਰੈਜ਼ਿਸਟੈਂਸ ਨੂੰ ਸੀਰੀਜ਼ ਦੇ ਵਿੱਚ ਕਹਿੰਦਾ ਜੀ ਅਟੈਚ ਕਰਦੇ। क्या इन्नी चीज क्लियर है जी? Yes. Yes, sir. Yes, sir. चलो सेकंड पार्ट ਇਹਦਾ ਆ ਜਾਂਦਾ ਆਪਣੇ ਕੋਲ ਪੈਰਲਲ ਕੰਬੀਨੇਸ਼ਨ ਹੈ ना। पैरेलल कॉम्बिनेशन च अपने को आ जाएगा कि जे नंबर ऑफ रेजिस्टर अपनियां पैरेलल च अटैच हैगियां और इस कॉम्बिनेशन ਨੂੰ ਤੁਸੀਂ एक्सटर्नल सोर्स ਨਾਲ अटैच कर ਦਿਓ। ठीक है, जे 20 वोल्ट की बैटरी लगा के इतो I एंपियर करंट सेंड कीता अक्रॉस AB ते A पॉइंट ते आके करंट ਨੂੰ फ्लो ਕਰਨ ਲਈ इंडिपेंडेंस मिली और वो डिफरेंट पाथ बने ते जे करंट को डिफरेंट पाथ बने ਉਹ ਕਹਿੰਦਾ ਜੀ ਇਹਦਾ ਮਤਲਬ ਉੱਪਰਲੇ ਕੇਸ ਦੇ ਵਿੱਚ ਕੀ ਸੀਗਾ ਭਾਵੇਂ ਰੈਜ਼ਿਸਟੈਂਸ ਥੋੜੀ ਸੀ ਭਾਵੇਂ ਜ਼ਿਆਦਾ ਸੀ ਹਨਾ ਸਾਰੀਆਂ ਰੈਜ਼ਿਸਟੈਂਸ ਦੇ ਵਿੱਚੋਂ ਕਰੰਟ ਨੂੰ ਕੱਢਣ ਲਈ ਸਾਨੂੰ ਵੱਖਰਾ ਵੱਖਰਾ ਵਰਕ ਕਰਨਾ ਪਿਆ। क्यों रेजिस्टेंस डिफरेंट सी हर एक ने ओपोजिशन सैपरेट दी जिन्नी को कोई ओपोजिशन दे रहा सी ओदे हिसाब नाल बैटरी नु पिछले सोर्स को वर्क करना पै रहा सी। हुन इथे इस मूवमेंट दे मेरे कोल की होया करंट को चॉइस आ गई। ठीक है जी कि रेजिस्टेंस जिथे ज्यादा होएगी इना विचों जिथे रेजिस्टेंस ज्यादा होएगी उधरले पासे ने करंट ने घट जा एदा मतलब इना सारियां रेजिस्टर चों करंट सेम ही जाना है ना। करंट को चॉइस आ कि करंट केड़ी रेजिस्टर चों कितना निकलना यानी द रेजिस्टेंस व्हिच हैव द हाईएस्ट वैल्यू। ठीक है उस आर्म दे क्रॉस मेरा करंट घट जा। ठीक है ते एदा मतलब ये हो गया इत्ते फिर बैटरी नु हर रेजिस्टर चों करंट नु पास कराने लई इक्वल वर्क करना पैना। क्या आ गल समझ लगदी भी जो दसदा पिया? Yes, sir. Yes, Yes, sir. sir. मैं ये कह बुद्ध ऊपर वाले केस दे अंदर ये सीगा कि रेजिस्टेंस दी वैल्यूज डिफरेंट डिफरेंट सी। मान लो R1 ही सब तो ज्यादा है ना ये सब तो ज्यादा करंट नु रोक रहा सी ते पर करंट मेनू कढना पैना सी A तो B तक ते इसलिए इथे बैटरी नु इस रेजिस्टर चों करंट नु कढण लई सब तो ज्यादा जोर लाना पिया। ठीक है ਇਹਦਾ मतलब ये हो गया कि इथे ਉਹਨੂੰ मैक्सिमम वर्क करना ਪਿਆ अगले च उसको घट करना ਪਿਆ अगले च मान लो सब तो घट करना पै गया या उल्ट भी बोल दो कोई गलती नहीं। ਇਹਦਾ मतलब ਆ ਉਥੋਂ ਕਰੰਟ ਨੂੰ ਸੇਮ ਫਲੋ ਕਰਾਉਣ ਵਾਸਤੇ ਕਿਉਂਕਿ ਕਰੰਟ ਦੇ ਨਿਕਲਣ ਲਈ ਰਸਤਾ ਹੀ ਇੱਕ ਬਣਿਆ ਸੀ ਫਿਰ ਉੱਥੇ ਰਸਤੇ 'ਚ ਜਿਹੜਾ ਜਿਹੜਾ ਆਇਆ ਉਹਨਾਂ ਸਾਰਿਆਂ ਨੂੰ ਮਨਾ ਕੇ ਉਹਨੂੰ ਨਿਕਲਣਾ ਪਿਆ। ਠੀਕ ਹੈ ਇਸ ਲਈ ਉੱਤੇ ਵਰਕ ਦੀ ਵੈਲਿਊ ਡਿਫਰੈਂਟ ਆਈ ਪਰ ਇੱਥੇ ਆ ਕੇ ਕਰੰਟ ਕੋ ਡਿਫਰੈਂਟ ਪਾਥ ਮਿਲੇ। ਜਦੋਂ ਕਰੰਟ ਨੂੰ ਡਿਫਰੈਂਟ ਪਾਥ ਮਿਲੇ ਤੇ ਕਰੰਟ ਹਮੇਸ਼ਾ ਉਸ ਪਾਥ ਤੇ ਮੂਵ ਕਰਨਾ ਚਾਹੇਗਾ। I equal to V by R यानी I ते R एक दूसरे दे रेसिप्रोकल मीन करंट उस पाथ ते ज्यादा प्रेफर करेगा जाना जिथे उनको रोकने वाला कोई घट होवे। इसलिए इथे जदों रेजिस्टेंस डिफरेंट आईयां ठीक है तो जेडी लो वैल्यू रेजिस्टर होएगी है ना जिथे ओपोजिशन सब तो घट आनी मैक्सिमम करंट उठों निकल के जाना फिर जिथे उसको थोड़ी घट रेजिस्टेंस उसको ज्यादा आनी उतो करंट कहना जी उहदे हिसाब नाल निकलू ते जिथे रेजिस्टेंस सब तो ज्यादा ऑफर होएगी उथे करंट कहना जी सब तो घट निकलू। ਇਹਦਾ मतलब ये हो गया बैटरी ਨੂੰ ਸਾਰੀਆਂ ਰੈਜ਼ਿਸਟਰ ਦੇ ਕ੍ਰਾਸ ਜਿਹੜਾ ਵਾ ਕਰੰਟ ਦੇ ਫਲੋ ਨੂੰ ਮੇਨਟੇਨ ਕਰਨ ਲਈ ਕੰਮ ਬਰਾਬਰ ਦਾ ਕਰਨਾ ਪਿਆ। ਕਿਤੋਂ ਕਰੰਟ ਨੂੰ ਕੱਢਣ ਲਈ ਜ਼ਿਆਦਾ ਵਰਕ ਤੇ ਕਿਤੇ ਥੋੜਾ ਵਰਕ ਨਹੀਂ ਕਰਨਾ ਪੈ ਰਿਹਾ। क्या ਇੰਨੀ ਗੱਲ ਸਮਝ ਲੱਗੀ? ਹਾਂਜੀ ਸਰ। ਇਸ ਚੀਜ਼ ਨੂੰ ਅਸੀਂ ਵਰਡ ਜਿਹੜਾ ਦੇ ਦਿੰਦੇ ਅਸੀਂ ਫਿਰ ਇਹ ਕਹਿ ਦਿੰਦੇ ਕਿ A ਤੇ B ਜਿਹੜੇ ਦੋ ਟਰਮੀਨਲ ਨੇ ਹਨਾ ਇਹ ਹਰ ਰੈਜ਼ਿਸਟਰ ਦੇ ਦੋ ਟਰਮੀਨਲ ਜਿਹੜੇ ਬਣਦੇ ਆ ਹਰ ਰੈਜ਼ਿਸਟਰ ਦੇ ਜਿਹੜੇ ਦੋ ਟਰਮੀਨਲ ਬਣਦੇ वो डायरेक्टली इस बैटरी ना अटैच है। इसलिए सीधे सीधे उस बैटरी तो एनर्जी लेके हर रेजिस्टर दे क्रॉस करंट वर्क करता है। इसलिए सारियां रेजिस्टर दे क्रॉस ते के पोटेंशियल डिफरेंस दी वैल्यू वो मेरी सेम रहेगी। इसलिए अपने को इस जेडी कंडीशन आ गई कि इते पोटेंशियल डिफरेंस वेरी नहीं करना आ करंट चेंज हो रहा जिन्ना करंट इथों निकल के आया इथों निकल के आया वापस बैटरी नु करंट वापस मेरा पूरा मुड़िया
ਇਹਦਾ ਮਤਲਬ ਇੱਥੇ ਜਿਹੜੀ ਡਿਵੀਜ਼ਨ ਹੋਈ ਆ ਉਹ ਕਰੰਟ ਦੀ ਕਰੰਟ ਇਕੁਅਲ ਟੂ ਕਹਿੰਦਾ ਦੀ ਸਮ ਟੋਟਲ ਆਫ ਕਰੰਟ ਡਿਊ ਟੂ ਆਲ ਇਹਨੂੰ ਨਾਮ ਦੇਣਾ ਹੋਵੇ ਤਾਂ ਕਹੂੰਗਾ ਲਾਅ ਆਫ ਕਨਜ਼ਰਵੇਸ਼ਨ ਆਫ ਚਾਰਜ ਉੱਤੇ ਕਨਜ਼ਰਵੇਸ਼ਨ ਆਫ એનર્ਜੀ ਬੋਲਿਆ ਆਪਾਂ ਠੀਕ ਹੈ ਜੀ ਇਹ ਕਨਜ਼ਰਵੇਸ਼ਨ ਆਫ એનર્ਜੀ ਲਿਖੀ ਆ ਜੋ ਲਿਖਦਾ ਪਿਆ ਇਹ ਕਨਜ਼ਰਵੇਸ਼ਨ ਆਫ ਚਾਰਜ I ਨੂੰ ਮੈਂ ਪੜਾਂ ਤੇ Q/T यानी Q1/T plus Q2/T plus Q3/T ਇਹਦਾ ਮਤਲਬ ਸੇਮ ਟਾਈਮ ਚ ਠੀਕ ਹੈ ਜੀ ਇਥੋਂ Q1 ਇਥੋਂ Q2 ਇਥੋਂ Q3 ਚਾਰਜ ਨਿਕਲ ਕੇ ਗਿਆ ਤੇ ਮਿਲ ਕੇ ਵਾਪਸ ਇੱਥੇ ਉਨਾ ਹੀ ਚਾਰਜ ਵਾਪਸ ਪੂਰਾ ਹੋ ਜਾਏਗਾ ਜਿੰਨਾ A ਪੁਆਇੰਟ ਤੋਂ ਐਂਟਰ ਕੀਤਾ ਸੀ ਕਿ ਆ ਗੱਲ ਕਲੀਅਰ ਆ यस सर यस सर ਚਲੋ ਹੁਣ ਇਹਦੇ ਅਕੋਰਡਿੰਗਲੀ ਆਪਾਂ ਡਿਫਾਈਨ ਕਰੀਏ ਤੇ I ਦੀ ਵੈਲਿਊ ਮੇਰੀ ਆ ਜਾਏਗੀ V/R1 V/R2 V/R3 ਤੇ ਸੇਮ ਵਰਡ ਆਪਾਂ ਉੱਪਰ ਵਾਲੇ ਲੈ ਲੈਣੇ ਕਿ ਜੇ ਤਿੰਨਾਂ ਰੈਜ਼ਿਸਟਰ ਦੀ ਥਾਂ ਤੇ ਸਿੰਗਲ ਇਕੁਇਵਲੈਂਟ ਦੇ ਬਰਾਬਰ ਦੀ ਲਾਈ ਹੋਵੇ ਉਹ ਚ I ਦੀ ਵੈਲਿਊ ਲਿਖਾਂ ਤੇ V/R ਆ ਜਾਏਗੀ ਹੁਣ ਇਹਨੂੰ ਰੈਸੀਪ੍ਰੋਕਲ ਇਹਦੇ ਨਾਲ ਮੇਰੇ ਕੋਲ ਜਿਹੜੀ ਐਡੀਸ਼ਨ ਆ ਗਈ 1/R1 1/R2 1/R3 ਯਾਨੀ ਜਦੋਂ ਰੈਜ਼ਿਸਟੈਂਸ ਪੈਰਲਲ ਚ ਜੁੜਦੀਆਂ ਜਦੋਂ ਰੈਜ਼ਿਸਟੈਂਸ ਮੇਰੀਆਂ ਪੈਰਲਲ ਚ ਜੁੜਨੀਆਂ ਤੇ ਹਮੇਸ਼ਾ ਉਹ ਰੈਸੀਪ੍ਰੋਕਲ ਐਡ ਹੋ ਰਹੀਆਂ ਠੀਕ ਹੈ ਇਹਦਾ ਮਤਲਬ ਓਵਰਆਲ ਸਰਕਟ ਦੀ ਰੈਜ਼ਿਸਟੈਂਸ ਜੇ ਮੈਂ ਰਿਡਿਊਸ ਕਰਨੀ ਆ ਤੇ ਅਸੀਂ ਰੈਜ਼ਿਸਟੈਂਸ ਨੂੰ ਪੈਰਲਲ ਚ ਅਟੈਚ ਕਰਦੇ ਜੇ ਮੈਂ ਓਵਰਆਲ ਸਰਕਟ ਦੀ ਰੈਜ਼ਿਸਟੈਂਸ ਵਧਾਣੀ ਆ ਤੇ ਅਸੀਂ ਰੈਜ਼ਿਸਟੈਂਸ ਸੀਰੀਜ਼ ਚ ਅਟੈਚ ਕਰਨੇ ਤੇ ਜੇ ਲੋਐਸਟ ਤੇ ਹਾਈਐਸਟ ਇਹਦੇ ਇਨ ਬਿਟਵੀਨ ਰੱਖਣੀ ਆ ਤੇ then we always prefer the mixed combination क्या इतनी गल समझ लगी जी यस सर जी सर चलो इस तो अगला टॉपिक बुक दे अकॉर्डिंगली हैगा EMF इंटरनल रेजिस्टेंस ऑफ सेल वाला जिहड़ा आपां ऑलरेडी कवर कर लिया बेटा इत्थे तक अज करांगे नेक्स्ट टॉपिक ग्रुपिंग ऑफ सेल वाला आना इंपॉर्टेंट टॉपिक होएगा वो कल वाली क्लास कंटिन्यू करांगे